ਪਿੰਗਲਵਾੜਾ ਸੰਸਥਾ ਉਹ ਸੰਸਥਾ ਹੈ ਜਿਸ ਨੂੰ ਸਮੁੱਚੇ ਵਿਸ਼ਵ ਭਰ ਦੇ ਵਿੱਚ ਜਾਣਿਆ ਜਾਂਦਾ ਹੈ ਤੇ ਭਗਤ ਪੂਰਨ ਸਿੰਘ ਹੋਰਾਂ ਦੇ ਵੱਲੋਂ ਇਸ ਦੀ ਸਥਾਪਨਾ ਕੀਤੀ ਗਈ ਸੀਗੀ। ਤੁਹਾਡਾ ਕਿਵੇਂ ਪਿੰਗਲਵਾੜਾ ਸੰਸਥਾ ਦੇ ਨਾਲ ਜਿਹੜਾ ਆ ਉਹ ਮੇਲ ਹੋਇਆ ਜਾਂ ਕਿਵੇਂ ਤੁਸੀਂ ਜੁੜੇ? ਨੁਕਸਾਨ ਹੋ ਗਿਆ, ਕੋਈ ਸਰੀਰਕ ਘਾਟ ਵੀ ਹੋ ਗਈ ਹੈ ਤਾਂ ਆਪਾਂ ਉਹਨੂੰ ਕਿਵੇਂ ਸੰਭਾਲਣਾ ਹੈਗਾ ਸਮਾਜ ਦੇ ਵਿੱਚ। ਉਹਦੇ ਵਾਸਤੇ ਅਸੀਂ ਇੱਕ ਅਦਾਰੇ ਅਸੀਂ ਚੁਣਿਆ ਸੀਗਾ ਪਿੰਗਲਵਾੜਾ, ਉੱਥੇ ਅਸੀਂ ਲੈ ਕੇ ਜਾਂਦੇ ਸੀਗੇ। ਅਸੀਂ ਉੱਥੇ ਜਾ ਕੇ ਤੱਕ ਦੇਖੀਏ ਵੀ ਇਹ ਲੋਕ ਕਿਵੇਂ ਇਹਨਾਂ ਨੂੰ ਸੰਭਾਲਿਆ ਹੋਇਆ ਹੈਗਾ। ਪਿੰਗਲਵਾੜੇ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਕਿ ਪਿੰਗਲਵਾੜਾ ਮਤਲਬ ਵੀ ਹੈਗਾ, ਪਿੰਗਲੇ ਮਤਲਬ ਵੀ ਆਪਾਂ ਸ਼ਬਦ ਇਸਤੇਮਾਲ ਕਰਦੇ ਹੈਗੇ ਆ ਵੀ ਕਿਵੇਂ ਇੱਕ ਬਹੁਤ ਵਧੀਆ ਤਰੀਕੇ ਨਾਲ ਉਹ ਸੰਸਥਾ ਜਿਹੜੀ ਹੈਗੀ ਹੈ ਉਹ ਪਿੰਗਲਿਆਂ ਨੂੰ ਸੰਭਾਲਦੀ ਹੈਗੀ ਹੈ, ਅਪਾਹਿਜਾਂ ਨੂੰ ਸੰਭਾਲਦੀ ਹੈਗੀ ਹੈ, ਲਵਾਰਸਾਂ ਨੂੰ ਸੰਭਾਲਦੀ ਹੈਗੀ ਹੈ। ਤਾਂ ਇਸ ਤਰੀਕੇ ਨਾਲ ਉਹਦੇ ਨਾਲ ਮੇਰਾ ਵਾਸਤਾ ਸੀ। ਮੈਨੂੰ ਘਰੇ ਇੱਕ ਚਿੱਠੀ ਦੇਣ ਆਇਆ ਪਿੰਗਲਵਾੜੇ ਤੋਂ ਬੰਦਾ ਵੀ ਤੁਹਾਡੀ ਕਿਤਾਬ ਜਿਹੜੀ ਹੈਗੀ ਹੈ 5 ਅਗਸਤ ਨੂੰ ਰਿਲੀਜ਼ ਹੋ ਰਹੀ ਹੈਗੀ ਹੈ। ਅੱਛਾ ਜੀ। ਤੇ ਮੈਂ ਮਤਲਬ ਕਿ ਹੈਰਾਨ ਹੋਇਆ ਕਿ ਮੇਰੀ ਕਿਤਾਬ ਇਹਨਾਂ ਕੋਲ ਕਿਵੇਂ ਪਹੁੰਚ ਗਈ। ਪਰ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਉਹ ਕਿਤਾਬ ਸੀਗੀ ਬੱਚੇ ਕਦੇ ਤੰਗ ਨਹੀਂ ਕਰਦੇ। ਉਹ ਕਿਤਾਬ ਮੇਰੀ ਕਾਫੀ ਪਾਪੂਲਰ ਹੋਈ ਸੀਗੀ ਤੇ ਕਾਫੀ ਇਹਨਾਂ ਕੋਲ ਪੜ੍ਹਦੇ ਪਹੁੰਚ ਗਈ ਸੀਗੀ ਤੇ ਉਹਨਾਂ ਨੇ ਉਹ ਕਿਤਾਬ ਜਿਹੜੀ ਸੀ ਉੱਧਰ ਰਿਲੀਜ਼ ਕੀਤੀ ਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਲੋਕ ਕਿਤਾਬ ਛਪਾਉਣ ਵਾਸਤੇ ਤਰਲੇ ਕਰਦੇ ਆ। ਉਹਨਾਂ ਨੇ ਕਿਤਾਬ ਆਪੇ ਲੱਭੀ, ਆਪੇ ਉਹਨਾਂ ਤੱਕ ਪਹੁੰਚੀ ਤੇ ਉਹਨੂੰ ਪਸੰਦ ਆਈ ਤੇ ਛਾਪੀ। ਤੇ ਉਸ ਤੋਂ ਵੱਡੀ ਹੈਰਾਨਗੀ ਦੀ ਗੱਲ ਇਹ ਹੋਈ ਜਦੋਂ ਮੈਂ ਕਿਤਾਬ ਉੱਥੇ ਰਿਲੀਜ਼ ਹੋਈ ਤਾਂ ਮੈਂ ਅੰਦਰ ਦੇਖਿਆ ਤਾਂ ਅੰਦਰ ਸੀਗੇ ਵੀ 10,000 ਪਹਿਲੀ ਛਾਪ ਉਹ 10,000 ਕਿਤਾਬਾਂ ਛਾਪੀਆਂ ਗਈਆਂ ਸੀ। ਕਿਵੇਂ ਦੇ ਬੱਚੇ ਜਿਹੜੇ ਆ ਉਹ ਇੱਥੇ ਰੱਖੇ ਜਾਂਦੇ ਜਾਂ ਸਾਂਭ ਸੰਭਾਲ ਕੀਤੀ ਜਾਂਦੀ? ਤੇ ਮਾਨਾਂਵਾਲਾ ਕੰਪਲੈਕਸ ਜਿਹੜਾ ਹੈ ਉਹਦੇ ਵਿੱਚ ਕੀ ਖਾਸੀਅਤ ਹੈ? ਦੂਸਰੇ ਜਿਹੜਾ ਇੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਕੰਪਲੈਕਸ ਜਿਹੜਾ ਬਣਿਆ ਹੋਇਆ ਆ, ਇੱਥੇ ਵੀ ਬੱਚੇ ਜਿਹੜੇ ਰੱਖੇ ਜਾਂਦੇ ਆ, ਉੱਥੇ ਵੀ ਬੱਚੇ ਹੁੰਦੇ ਆ? ਨਹੀਂ, ਦੇਖੋ ਹੈਗਾ ਕਿ ਜੀ ਮੈਂ ਜਿਵੇਂ ਦੱਸਿਆ ਕਿ ਡਾਕਟਰ ਇੰਦਰਜੀਤ ਕੌਰ ਡਾਕਟਰ ਹੈਗੇ ਆ, MBBS ਹੈਗੇ ਆ, ਉਹਨਾਂ ਕੋਲ ਇੱਕ ਵਿਗਿਆਨ ਦੀ ਮੈਡੀਕਲ ਦੀ ਪੜ੍ਹਾਈ ਹੈਗੀ ਹੈ। ਉਹਨਾਂ ਨੇ ਮਤਲਬ ਕਿ ਜਦੋਂ ਦੇਖਿਆ ਕਿ ਜਿਹੜੇ ਲਾਵਾਰਿਸ ਨੇ, ਪਿੰਗਲੇ ਹੈਗੇ ਨੇ, ਅਪਾਹਜ ਹੈਗੇ ਨੇ, ਉਹਨਾਂ ਦੀ ਕੋਈ ਨਾ ਕੋਈ ਘਾਟ ਹੈਗੀ, ਨੁਕਸ ਹੈਗੀ ਹੈ, ਸਭ ਤੋਂ ਪਹਿਲਾਂ ਮਤਲਬ ਕਿ ਉਹਨਾਂ ਨੂੰ ਕਿਤੋਂ ਮਤਲਬ ਕਿ ਉਹਨਾਂ ਦੀ ਕਿਸੇ ਦੋਸਤ ਨੇ, ਫਰੈਂਡ ਨੇ ਉਹਨੂੰ ਇੱਕ ਵੀਡੀਓ ਭੇਜੀ ਜਿਹੜੀ ਉਹਨੇ ਦੇਖੀ, ਡਾਕੂਮੈਂਟਰੀ ਸੀਗੀ ਅਪਾਹਿਜਾਂ ਦੇ ਉੱਪਰ ਮਤਲਬ ਕਿ। ਅਤੇ ਉਹਨਾਂ ਅਪਾਹਿਜਾਂ ਦੇ ਵਿੱਚ ਉਹਨਾਂ ਨੇ ਮੈਂ ਦੇਖਿਆ ਕਿ ਉਹ ਕਿਵੇਂ ਇੱਕ ਅਪਾਹਿਜ ਨੇ ਉਹ ਮਤਲਬ ਕਿ ਉਹਨਾਂ ਨੂੰ ਜਦੋਂ ਆਰਟੀਫਿਸ਼ਲੀ ਅੰਗ ਲੱਗ ਜਾਂਦਾ ਹੈਗਾ ਅਤੇ ਉਹਦੀ ਜ਼ਿੰਦਗੀ ਬਦਲ ਜਾਂਦੀ ਹੈਗੀ ਹੈ। ਯਾਨੀ ਇੱਕ ਬੰਦਾ ਵੀਲ ਚੇਅਰ 'ਤੇ ਹੈਗਾ ਜਾਂ ਰੇੜ ਕੇ ਚਾਰਿਆ ਹੈਗਾ ਅਤੇ ਜਦੋਂ ਉਹਨੂੰ ਅੰਗ ਲੱਗ ਜਾਂਦਾ ਹੈਗਾ ਆਰਟੀਫਿਸ਼ੀਅਲ ਅਤੇ ਉਹ ਫਿਰ ਉਹਨਾਂ ਦੇ ਦਿਮਾਗ 'ਚ ਆਇਆ ਵੀ ਇਹ ਕੰਮ ਕਰਨਾ ਚਾਹੀਦਾ ਹੈਗਾ ਤਾਂ ਕਿ ਜਿੱਦਾਂ ਮਤਲਬ ਕਿ ਉਹਨਾਂ ਦੇ ਕੋਲ ਅੰਦਰ ਲਵਾਰਿਸ ਪਿੰਗਲੇ ਹੈਗੇ ਨੇ, ਜਿਹੜੇ ਅਪਾਹਿਜ ਹੈਗੇ ਨੇ ਕਿਸੇ ਨਾ ਕਿਸੇ ਅੰਗ ਤੋਂ, ਤਾਂ ਕਿ ਉਹ ਆਪਣੇ ਕੰਮ ਜੋਗੀ ਹੋ ਜਾਣ। ਤਾਂ ਉਹਨੇ ਸਭ ਤੋਂ ਪਹਿਲਾਂ ਉੱਥੇ ਸ਼ੁਰੂਆਤ ਕੀਤਾ ਆਰਟੀਫਿਸ਼ੀਅਲ ਮਨਸੂਈ ਅੰਗਾਂ ਦਾ ਕੰਮ ਸ਼ੁਰੂ। ਜਿਹੜਾ ਕੋਈ ਬੱਚਾ ਖੇਡਾਂ ਦੇ ਖੇਤਰ ਦੇ ਵਿੱਚ ਚੰਗਾ ਹੈਗਾ ਆ, ਉਸ ਦੀ ਵੀ ਜਿਹੜੀ ਆ ਉਹ ਕਲਾ ਨੂੰ ਪਛਾਣ ਕੇ ਜਿਹੜਾ ਉਸ ਤਰੀਕੇ ਦੇ ਨਾਲ ਉਹਨੂੰ ਵੀ ਜਿਹੜਾ ਆ ਇਸ ਪਾਸੇ ਨੂੰ ਅੱਗੇ ਵਧਾਇਆ ਜਾਂਦਾ। ਉਹ ਮੈਂ ਤੁਹਾਨੂੰ ਦੱਸਿਆ ਹੀ ਹੈ ਨਾ ਕਿ ਉੱਥੇ ਹਰੇਕ ਬੱਚਾ ਆਪਾਂ ਇਹ ਕਹਿ ਸਕਦੇ ਇੱਕ ਬੱਚੇ ਦੀ ਜਿਹੜੀ ਰੁਚੀ ਹੈ, ਦਿਲਚਸਪੀ ਹੈ, ਉਹਦਾ ਧਿਆਨ ਰੱਖਿਆ ਜਾਂਦਾ ਹੈ। ਉਹਦੀ ਪੂਰੀ ਸ਼ਖਸੀਅਤ ਨੂੰ ਉਸਾਰਨ ਦੇ ਵਾਸਤੇ ਮਤਲਬ ਕਿ ਆਪਾਂ ਕਹਿ ਸਕਦੇ ਜਿਵੇਂ ਇੱਕ ਪਰਿਵਾਰ ਦੇ ਵਿੱਚ 5, 4, 6 ਬੱਚੇ ਜਿੰਨੇ ਮਰਜ਼ੀ ਹੁਣ ਆਪਾਂ ਵੱਡਾ ਪਰਿਵਾਰ ਹੋਵੇ, ਜਿਵੇਂ ਮਾਪੇ ਹਰੇਕ ਬੱਚੇ ਦਾ ਧਿਆਨ ਰੱਖਦੇ ਆ ਉਵੇਂ ਉਸ ਦੇ ਵਿੱਚ ਹਰੇਕ ਬੱਚੇ ਦਾ ਧਿਆਨ ਰੱਖਿਆ ਜਾਂਦਾ। ਖੇਡਾਂ ਦੇ ਵਿੱਚ ਵੀ ਪਿੱਛੇ ਜੇ ਲੜਕੀਆਂ ਖੇਡਾਂ ਦੇ ਵਿੱਚ ਤਾਂ ਇਹ ਤਾਂ ਚਲੋ ਇੱਕ ਨਾਰਮਲ ਜਿਵੇਂ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਵੀ ਖੇਡਾਂ ਹੁੰਦੀਆਂ ਨੇ, ਉਹਦੇ ਵਿੱਚ ਵੀ ਬੱਚੇ ਬੱਲਾ ਮਾਰਦੇ ਨੇ। ਪ੍ਰੋਗਰਾਮ ਖਾਸ ਗੱਲਬਾਤ ਦੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਸਵਾਗਤ ਹੈ। ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪਿੰਗਲਵਾੜਾ ਸੰਸਥਾ ਦੇ ਬਾਰੇ ਦੇ ਵਿੱਚ। ਪਿੰਗਲਵਾੜਾ ਸੰਸਥਾ ਉਹ ਸੰਸਥਾ ਹੈ ਜਿਸ ਨੂੰ ਸਮੁੱਚੇ ਵਿਸ਼ਵ ਭਰ ਦੇ ਵਿੱਚ ਜਾਣਿਆ ਜਾਂਦਾ ਹੈ ਤੇ ਭਗਤ ਪੂਰਨ ਸਿੰਘ ਹੋਰਾਂ ਦੇ ਵੱਲੋਂ ਇਸ ਦੀ ਸਥਾਪਨਾ ਕੀਤੀ ਗਈ ਸੀਗੀ। ਸੋ ਅੱਜ ਦੀ ਸਾਡੀ ਸਮੁੱਚੀ ਗੱਲਬਾਤ ਜਿਹੜੀ ਇਸੇ ਦੇ ਉੱਤੇ ਰਹੇਗੀ। ਸਾਡੇ ਨਾਲ ਗੈਸਟ ਨੇ ਡਾਕਟਰ SS ਦੀਪਤੀ ਜੀ, ਜਿਹੜੇ ਕਿ ਪਿੰਗਲਵਾੜਾ ਸੰਸਥਾ ਦੇ ਨਾਲ ਜੁੜੇ ਹੋਏ ਨੇ। ਉਹਨਾਂ ਨਾਲ ਗੱਲਬਾਤ ਜਿਹੜੀ ਆ ਉਹ ਕਰਾਂਗੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਤੁਸੀਂ ਪਿੰਗਲਵਾੜਾ ਸੰਸਥਾ ਦੇ ਨਾਲ ਜੁੜੇ ਹੋਏ ਹੋ, ਹਫਤੇ ਦੇ ਵਿੱਚ ਇੱਕ ਵਾਰ ਉੱਥੇ ਜ਼ਰੂਰ ਜਾਂਦੇ ਹੋ, ਸਮਾਂ ਦਿੰਦੇ ਹੋ। ਤੁਹਾਡਾ ਕਿਵੇਂ ਪਿੰਗਲਵਾੜਾ ਸੰਸਥਾ ਦੇ ਨਾਲ ਜਿਹੜਾ ਆ ਉਹ ਮੇਲ ਹੋਇਆ ਜਾਂ ਕਿਵੇਂ ਤੁਸੀਂ ਜੁੜੇ? ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪਿੰਗਲਵਾੜਾ ਦੀ ਸੰਸਥਾ ਜਿਹੜੀ ਹੈ ਵਿਸ਼ਵ ਭਰ ਦੇ ਵਿੱਚ ਪ੍ਰਸਿੱਧ ਹੈਗੀ ਹੈ ਜੀ। ਅਤੇ ਜੇ ਤੁਸੀਂ ਗੱਲ ਕੀਤੀ ਕਿ ਮੈਂ ਹਫ਼ਤੇ 'ਚ ਇੱਕ ਦਿਨ ਉੱਥੇ ਜਾਂਦਾ ਹੈਗਾ, ਇਹ ਜੇ ਰੂਟੀਨ ਹਫ਼ਤੇ 'ਚ ਇੱਕ ਦਿਨ ਜਾਣ ਦਾ ਇਹ ਮੈਂ ਆਪਣੇ ਰਿਟਾਇਰਮੈਂਟ ਤੋਂ ਬਾਅਦ ਸ਼ੁਰੂ ਕੀਤਾ ਹੈ। ਪਰ ਇਸ ਸੰਸਥਾ ਨਾਲ ਮੇਰਾ ਜੁੜਾਵ ਕਿਉਂਕਿ ਮੈਂ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ ਮਤਲਬ ਕਿ ਬਤੌਰ ਪ੍ਰੋਫੈਸਰ ਰਿਟਾਇਰ ਹੋਇਆ ਹੈਗਾ ਅਤੇ ਮੇਰਾ ਵਿਸ਼ਾ ਕਮਿਊਨਿਟੀ ਮੈਡੀਸਨ ਹੈਗਾ। ਜੇ ਮੈਂ ਕਹਾਂ ਕਿ ਪਹਿਲੀ ਮਤਲਬ ਕਿ ਜਿਹੜੀ ਮੇਰੀ ਪਿੰਗਲਵਾੜੇ ਦੇ ਨਾਲ ਜਿਹੜੀ ਜਾਣ ਪਛਾਣ ਹੈ ਜਾਂ ਉੱਥੇ ਆਉਣਾ ਜਾਣਾ ਸੀਗਾ, ਉਹ ਵਿਭਾਗ ਵੱਲੋਂ ਹੀ ਸੀਗਾ। ਜਦੋਂ ਮੈਂ ਇੱਥੇ ਵਿਭਾਗ ਜੁਆਇਨ ਕੀਤਾ ਕਮਿਊਨਿਟੀ ਮੈਡੀਸਨ ਦੇ, ਅਸੀਂ ਕਹਿੰਦੇ ਹਾਂ ਵੀ ਜਿਹੜੀ ਸਿਹਤ ਹੈਗੀ ਹੈ ਉਹ
ਉਹ ਤਿੰਨ ਤਰ੍ਹਾਂ ਦੀ ਹੁੰਦੀ ਹੈ, ਇੱਕ ਪ੍ਰਾਇਮਰੀ ਪ੍ਰੀਵੈਂਸ਼ਨ, ਇੱਕ ਸੈਕੰਡਰੀ, ਇੱਕ ਟਰਸ਼ਰੀ। ਪ੍ਰਾਇਮਰੀ ਦਾ ਮਤਲਬ ਹੈ ਕਿ ਉਹ ਤਰੀਕੇ ਅਪਣਾਉਣੇ ਤਾਂ ਕਿ ਕੋਈ ਬੰਦਾ ਬਿਮਾਰ ਨਾ ਹੋਵੇ। ਦੂਜੇ ਹੁੰਦੇ ਸੈਕੰਡਰੀ ਪ੍ਰੀਵੈਂਸ਼ਨ ਹੈਗੀ ਵੀ ਜੇ ਬਿਮਾਰ ਹੋ ਗਿਆ ਤਾਂ ਉਹਨੂੰ ਛੇਤੀ ਆਪਾਂ ਫੜ ਸਕੀਏ ਬਿਮਾਰੀ ਨੂੰ, ਤਾਂ ਕਿ ਇਲਾਜ ਤਰੀਕੇ ਨਾਲ ਜਲਦੀ ਸ਼ੁਰੂ ਹੋ ਜਾਏ। ਤੀਜਾ ਹੈਗਾ ਜੇ ਬੰਦਾ ਬਿਮਾਰ ਹੋ ਹੀ ਗਿਆ ਫਿਰ ਆਪਾਂ ਨੂੰ ਹਸਪਤਾਲ ਲਿਆਉਂਦੇ ਹਾਂ, ਦਵਾਈ ਦਿੰਦੇ ਹਾਂ, ਠੀਕ ਹੁੰਦਾ ਹੈਗਾ। ਬਹੁਤੀ ਵਾਰੀ ਤਾਂ ਬਹੁਤੀ ਲੋਕ ਠੀਕ ਹੋ ਜਾਂਦੇ ਨੇ, ਪਰ ਕਈ ਬਿਮਾਰੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਕੁਛ ਨਾ ਕੁਛ ਨੁਕਸਾਨ ਹੋ ਜਾਂਦਾ ਹੈਗਾ। ਆਪਾਂ ਪੋਲੀਓ ਦੀ ਗੱਲ ਕਰਦੇ ਹਾਂ, ਪੋਲੀਓ ਦੇ ਬਾਰੇ ਜਿਵੇਂ ਉਹਦੇ ਅੰਗ ਮਾਰੇ ਜਾਂਦੇ ਹੈਗੇ ਨੇ, ਤਾਂ ਪੋਲੀਓ ਵਰਗੀ ਬਿਮਾਰੀ ਤਾਂ ਹੁਣ ਚਲੋ ਹੁਣ ਹੌਲੀ ਹੌਲੀ ਖਤਮ ਹੁੰਦੀ ਆ ਗਈ ਹੈਗੀ ਹੈ, ਪਰ ਟੀਬੀ ਦੀ ਬਿਮਾਰੀ ਹੈਗੀ ਹੈ, ਟੀਬੀ ਦੀ ਬਿਮਾਰੀ ਵਿੱਚ ਅੰਗ ਮਾਰੇ ਜਾਂਦੇ ਨੇ। ਅਦਰਵਾਈਜ਼ ਵੀ ਐਕਸੀਡੈਂਟ ਹੈਗੇ ਨੇ, ਐਕਸੀਡੈਂਟ ਦੇ ਵਿੱਚ ਭਾਵੇਂ ਅੱਜ ਕੱਲ੍ਹ ਬਹੁਤ ਕੁਛ ਆ ਗਿਆ ਹੈਗਾ, ਪਲੇਟਾਂ ਪਲੂਟਾਂ ਆ ਗਈਆਂ ਨੇ, ਵਾਇਰਿੰਗ ਆ ਗਈ ਹੈ, ਪਰ ਫਿਰ ਵੀ ਅੰਗ ਜਿਹੜਾ ਹੈਗਾ ਨਾ ਕਈ ਵਾਰੀ ਕੱਟਣਾ ਪੈ ਜਾਂਦਾ ਹੈਗਾ। ਅਤੇ ਕਹਿਣ ਦਾ ਮਤਲਬ ਉਹ ਇੱਕ ਤੀਸਰੀ ਅਵਸਥਾ ਹੈਗੀ ਜਿਹੜੀ ਟਰਸ਼ਰੀ ਪ੍ਰੀਵੈਂਸ਼ਨ ਕਹਿੰਦੇ ਆ। ਅਸੀਂ ਕਹਿੰਦੇ ਹਾਂ ਕਿ ਹਰੇਕ ਬੰਦਾ ਇੱਕ ਮਨੁੱਖ ਜਿਹੜਾ ਵੀ ਪੈਦਾ ਹੋਇਆ ਹੈ ਉਹ ਕਿਸੇ ਵੀ ਤਰ੍ਹਾਂ ਦੇ ਉਹਨੂੰ ਮਤਲਬ ਕਿ ਤਕਲੀਫ ਹੁੰਦੀ ਹੈ ਤਾਂ ਉਹ ਇੱਕ ਸਮਾਜ ਦੇ ਵਿੱਚ ਵਧੀਆ ਜ਼ਿੰਦਗੀ ਜੀ ਸਕੇ। ਇਹਨੂੰ ਆਪਾਂ ਕਹਿੰਦੇ ਟਰਸ਼ਰੀ ਪ੍ਰੀਵੈਂਸ਼ਨ। ਟਰਸ਼ਰੀ ਪ੍ਰੀਵੈਂਸ਼ਨ 'ਚ ਇਹ ਆਉਂਦੀ ਹੈ ਵੀ ਜੇ ਕਿਸੇ ਦਾ ਕੋਈ ਨੁਕਸਾਨ ਹੋ ਗਿਆ, ਕੋਈ ਸਰੀਰਕ ਘਾਟ ਵੀ ਹੋ ਗਈ ਹੈ ਤਾਂ ਆਪਾਂ ਉਹਨੂੰ ਕਿਵੇਂ ਸੰਭਾਲਣਾ ਹੈਗਾ ਸਮਾਜ ਦੇ ਵਿੱਚ। ਉਹਦੇ ਵਾਸਤੇ ਅਸੀਂ ਇੱਕ ਅਦਾਰੇ ਜਦ ਅਸੀਂ ਚੁਣਿਆ ਸੀਗਾ ਪਿੰਗਲਵਾੜਾ, ਉੱਥੇ ਅਸੀਂ ਲੈ ਕੇ ਜਾਂਦੇ ਸੀਗੇ। ਅਸੀਂ ਉੱਥੇ ਜਾ ਕੇ ਦੇਖੀਏ ਵੀ ਇਹ ਲੋਕ ਕਿਵੇਂ ਇਹਨਾਂ ਨੂੰ ਸੰਭਾਲਿਆ ਹੋਇਆ ਹੈਗਾ। ਪਿੰਗਲਵਾੜਾ ਵਿੱਚ ਜਿਵੇਂ ਆਪਾਂ ਕਹਿੰਦੇ ਕਿ ਪਿੰਗਲਵਾੜਾ ਮਤਲਬ ਵੀ ਹੈਗਾ ਪਿੰਗਲੇ, ਮਤਲਬ ਕਿ ਆਪਾਂ ਸ਼ਬਦ ਇਸਤੇਮਾਲ ਕਰਦੇ ਹੈਗੇ ਆ ਵੀ ਕਿਵੇਂ ਇੱਕ ਬਹੁਤ ਵਧੀਆ ਤਰੀਕੇ ਨਾਲ ਉਹ ਸੰਸਥਾ ਜਿਹੜੀ ਹੈਗੀ ਹੈ ਉਹ ਪਿੰਗਲਿਆਂ ਨੂੰ ਸੰਭਾਲਦੀ ਹੈਗੀ ਹੈ, ਅਪਾਹਿਜਾਂ ਨੂੰ ਸੰਭਾਲਦੀ ਹੈਗੀ ਹੈ, ਲਵਾਰਸਾਂ ਨੂੰ ਸੰਭਾਲਦੀ ਹੈਗੀ ਹੈ। ਤਾਂ ਇਸ ਤਰੀਕੇ ਦੇ ਨਾਲ ਉਹਦੇ ਨਾਲ ਮੇਰਾ ਵਾਹ ਵਾਸਤਾ ਸੀਗਾ। ਦੂਜਾ ਸੀਗਾ ਕਿ ਸਾਡੀ ਕੁਦਰਤੀ ਇੱਕ ਸੰਸਥਾ, ਸਾਡਾ ਇੱਕ ਬ੍ਰਾਂਚ ਜਿਹੜੀ ਹੈਗੀ ਹੈ ਗੁਰਦੁਆਰੇ ਦੇ ਲਾਗੇ ਹੈਗੀ ਹੈ, ਗੋਲਡਨ ਟੈਂਪਲ ਦੇ ਲਾਗੇ। ਉੱਥੇ ਮਤਲਬ ਕਿ ਭਗਤ ਪੂਰਨ ਸਿੰਘ ਦੀ ਜਿਵੇਂ ਤੁਸੀਂ ਗੱਲ ਕੀਤੀ, ਭਗਤ ਪੂਰਨ ਸਿੰਘ ਉੱਥੇ ਬਾਹਰ ਬੈਠੇ ਹੁੰਦੇ ਸੀਗੇ। ਉੱਥੇ ਉਹਨਾਂ ਦੇ ਕੋਲ ਇੱਕ ਬਾਟਾ ਹੁੰਦਾ ਸੀਗਾ, ਨਾਲ ਉਹਨਾਂ ਨੇ ਕੁਛ ਪੈਂਪਲੇਟ ਰੱਖੇ ਹੁੰਦੇ ਸੀ, ਛੋਟੇ ਛੋਟੇ ਕਿਤਾਬਚੇ ਜਿਹੇ ਰੱਖੇ ਹੁੰਦੇ ਸੀਗੇ। ਉਹ ਬਹੁਤੇ ਕਿਤਾਬਚੇ ਜਿਹੜੇ ਸੀਗੇ ਉਹ ਜਿਹੜੇ ਸੀਗੇ ਇਨਵਾਇਰਮੈਂਟ ਨਾਲ ਸੰਬੰਧਿਤ ਮਤਲਬ ਕਿ ਆ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਹੁੰਦੇ ਸੀਗੇ। ਅਤੇ ਉੱਥੇ ਫਿਰ ਮੇਰੀ ਭਗਤ ਪੂਰਨ ਸਿੰਘ ਹੋਰਾਂ ਨਾਲ ਉੱਥੇ ਮਤਲਬ ਕਿ ਸਾਨੂੰ ਦੇਖਣ ਨੂੰ ਮਿਲਦਾ, ਉੱਥੋਂ ਕੁਛ ਪੈਂਪਲੇਟ ਚੁੱਕ ਲਿਆਉਂਦੇ। ਉਹ ਮੇਰੀ ਭਗਤ ਪੂਰਨ ਸਿੰਘ ਦੇ ਨਾਲ ਉਸ ਦਾ ਬੈਠ ਕੇ ਕਦੀ ਆਮਣੇ ਸਾਹਮਣੇ ਦਾ ਗੱਲਬਾਤ ਨਹੀਂ ਹੋਈ, ਪਰ ਉਹਨਾਂ ਦੇ ਦਰਸ਼ਨ ਮੈਂ ਕਹਿ ਸਕਦਾ ਕਿ ਉਸ ਵਕਤ ਹੋਏ। ਅਤੇ ਤੀਜਾ ਜੇ ਮੈਂ ਕਹਾ ਕਿ ਮੇਰਾ ਉਹਨਾਂ ਨਾਲ ਵਾਸਤਾ ਹੋਇਆ, ਇੱਕ ਦਿਨ ਮੈਨੂੰ ਮਤਲਬ ਜਦੋਂ ਭਗਤ ਪੂਰਨ ਸਿੰਘ ਦੀ ਬਰਸੀ ਮਨਾਈ ਜਾਂਦੀ ਹਰ ਸਾਲ 5 ਅਗਸਤ ਨੂੰ, ਮੈਨੂੰ ਘਰੇ ਇੱਕ ਚਿੱਠੀ ਦੇਣ ਆਇਆ ਪਿੰਗਲਵਾੜੇ ਤੋਂ ਬੰਦਾ ਵੀ ਤੁਹਾਡੀ ਕਿਤਾਬ ਜਿਹੜੀ ਹੈਗੀ ਹੈ 5 ਅਗਸਤ ਨੂੰ ਰਿਲੀਜ਼ ਹੋ ਰਹੀ ਹੈਗੀ ਹੈ। ਅਤੇ ਮੈਂ ਮਤਲਬ ਕਿ ਹੈਰਾਨ ਹੋਇਆ ਕਿ ਮੇਰੀ ਕਿਤਾਬ ਇਹਨਾਂ ਕੋਲ ਕਿਵੇਂ ਪਹੁੰਚ ਗਈ। ਪਰ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਉਹ ਕਿਤਾਬ ਸੀਗੀ ਬੱਚੇ ਕਦੇ ਤੰਗ ਨਹੀਂ ਕਰਦੇ। ਉਹ ਕਿਤਾਬ ਮੇਰੀ ਕਾਫੀ ਪਾਪੂਲਰ ਹੋਈ ਸੀਗੀ ਅਤੇ ਕਾਫੀ ਇਹਨਾਂ ਕੋਲ ਪੜ੍ਹਦੇ ਪਹੁੰਚ ਗਈ ਸੀਗੀ। ਅਤੇ ਉਹਨਾਂ ਨੇ ਉਹ ਕਿਤਾਬ ਜਿਹੜੀ ਸੀ ਉੱਧਰ ਰਿਲੀਜ਼ ਕੀਤੀ ਅਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਲੋਕ ਕਿਤਾਬ ਛਪਾਉਣ ਵਾਸਤੇ ਤਰਲੇ ਕਰਦੇ ਆ। ਉਹਨਾਂ ਨੇ ਕਿਤਾਬ ਆਪੇ ਲੱਭੀ, ਆਪੇ ਉਦੋਂ ਤੱਕ ਪਹੁੰਚੀ ਅਤੇ ਉਹਨਾਂ ਨੂੰ ਪਸੰਦ ਆਈ ਅਤੇ ਛਾਪੀ। ਅਤੇ ਉਸ ਤੋਂ ਵੱਡੀ ਹੈਰਾਨਗੀ ਦੀ ਗੱਲ ਇਹ ਹੋਈ ਜਦੋਂ ਮੈਂ ਕਿਤਾਬ ਉੱਥੇ ਰਿਲੀਜ਼ ਹੋਈ ਤਾਂ ਮੈਂ ਅੰਦਰ ਦੇਖਿਆ ਤਾਂ ਅੰਦਰ ਸੀਗੇ ਵੀ 10,000 ਪਹਿਲੀ ਛਾਪ, ਉਹ 10,000 ਕਿਤਾਬਾਂ ਛਾਪੀਆਂ ਗਈਆਂ ਸੀਗੀਆਂ। ਅਤੇ ਉਹ ਕਿਤਾਬ ਹੁਣ ਤੱਕ 40,000 ਇਹ ਸੰਸਥਾ ਛਾਪ ਚੁੱਕੀ ਹੈ। ਜੀ ਡਾਕਟਰ ਸਾਹਿਬ, ਪਿੰਗਲਵਾੜੇ ਦੀ ਸਥਾਪਨਾ ਦੀ ਗੱਲ ਜਿਹੜੀ ਆ ਉਹ ਕਰੀਏ ਤਾਂ ਕਿਵੇਂ, ਜਿਵੇਂ ਤੁਸੀਂ ਕਿਹਾ ਕਿ ਤੁਸੀਂ ਦਰਸ਼ਨ ਵੀ ਕੀਤੇ ਆ ਭਗਤ ਪੂਰਨ ਸਿੰਘ ਹੋਰਾਂ ਦੇ, ਜਿਵੇਂ ਉਹ ਬੜੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਸੁਣਦੇ ਹਾਂ, ਜਾਂ ਇੱਕ ਉਹਨਾਂ ਦੇ ਉੱਤੇ ਡਾਕੂਮੈਂਟਰੀ ਫਿਲਮ ਵੀ ਬਣੀ ਜਿਹੜੀ ਕਿ ਉਹ ਬੜੇ ਜਿਹੜੇ ਆ ਉਹ ਇਸ ਚੀਜ਼ ਨੂੰ ਲੈ ਕੇ ਸੁਚੇਤ ਸਨ ਕਿ ਪੋਲਿਊਸ਼ਨ ਨਹੀਂ ਹੋਣਾ ਚਾਹੀਦਾ, ਜਿਵੇਂ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਪਰ ਇੱਕ ਇਵੇਂ ਦੀ ਸੰਸਥਾ ਖੜੀ ਕਰਨੀ ਜਿਹਦੇ ਵਿੱਚ ਲਵਾਰਸ ਪਿੰਗਲੇ ਜਾਂ ਜਿਨ੍ਹਾਂ ਨੂੰ ਕੋਈ ਨਹੀਂ ਸਾਂਭਦਾ, ਜਾਂ ਇੱਥੋਂ ਤੱਕ ਕਿ ਕਈ ਢਿੱਡੋਂ ਜੰਮੇ ਬੱਚੇ ਜਿਹੜੇ ਕੋਈ ਇਸ ਤਰ੍ਹਾਂ ਦੇ ਹੁੰਦੇ ਸੀ ਉਹਨਾਂ ਨੂੰ ਲੋਕੀ ਛੱਡ ਕੇ ਚਲੇ ਜਾਂਦੇ ਸੀਗੇ, ਤਾਂ ਇਹ ਸੰਸਥਾ ਖੜੀ ਕਰਨ ਦਾ ਕਿਵੇਂ ਜਿਹੜਾ ਆ ਉਹ ਭਗਤ ਜੀ ਨੇ ਜਿਹੜਾ ਆ ਉਹ ਜਿੰਮਾ ਚੱਕਿਆ? ਇਹ ਨਹੀਂ ਜੀ ਜੇ ਆਪਾਂ ਭਗਤ ਪੂਰਨ ਸਿੰਘ ਜੀ ਜੇ ਆਪਾਂ ਜੀਵਨ ਵੱਲ ਜਾਈਏ ਤਾਂ ਮਤਲਬ ਕਿ ਇਹ ਮਤਲਬ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਦੀ ਜਿਵੇਂ ਸੀਗੇ ਕਿ ਮਾਤਾ ਪਿਤਾ ਦੀ ਛੋਟੀ ਉਮਰ ਦੇ ਵਿੱਚ ਉਹਨਾਂ ਦੀ ਮਤਲਬ ਕਿ ਮੌਤ ਹੋ ਗਈ ਅਤੇ ਇਕੱਲੇ ਰਹਿ ਗਏ। ਅਤੇ ਉਸ ਤੋਂ ਬਾਅਦ ਇਕੱਲੇ ਸੀਗੇ ਅਤੇ ਮਤਲਬ ਕਿ ਪਰ ਸਕੂਲ ਸਕਾਲ ਦੇ ਵਿੱਚ ਕੁਛ ਸਮਾਂ ਪੜ੍ਹੇ, ਉਸ ਤੱਕ ਮਾਤਾ ਨਾਲ ਸੀਗੀ, ਪਰ ਮਾਤਾ ਵੀ ਛੇਤੀ ਹੀ ਮਤਲਬ ਕਿ ਹੋ ਗਈ। ਅਤੇ ਇਹ ਫਿਰ ਮਤਲਬ ਕਿ ਇੱਕ ਗੁਰਦੁਆਰੇ 'ਚ ਰਹਿਣ ਲੱਗ ਪਏ, ਭਾਵੇਂ ਮਤਲਬ ਕਿ ਇਹਦਾ ਨਾਮ ਪੁਰਾਣਾ ਰਾਮ ਜੀ ਦਾਸ ਸੀਗਾ। ਇਹ ਮਤਲਬ ਹਿੰਦੂ ਪਰਿਵਾਰ ਵਿੱਚ ਪੈਦਾ ਹੋਏ ਸੀਗੇ, ਪਰ ਜਦੋਂ ਮਤਲਬ ਕਿ ਜਿਵੇਂ ਉਹਨਾਂ ਨੇ ਦੇਖਿਆ ਕਿ ਹਿੰਦੂ ਇੱਕ ਮੰਦਿਰ ਦੇ ਵਿੱਚ ਗਏ ਅਤੇ ਉੱਥੇ ਉਹਨਾਂ ਨੇ ਭੁੱਖ ਲੱਗੀ ਸੀ, ਪ੍ਰਸ਼ਾਦਾ ਛਕਣਾ ਸੀਗਾ ਅਤੇ ਉਹਨਾਂ ਨੂੰ ਇੱਕ ਲਾਈਨ ਦੇ ਵਿੱਚ ਬੈਠਣਾ ਪਿਆ ਅਤੇ ਕਿਵੇਂ ਉਹਨਾਂ ਨੇ ਦੇਖਿਆ ਕਿ ਕਿਵੇਂ ਉਹ ਬੜਾ ਵਿਤਕਰਾ ਕਰਦੇ ਹੈਗੇ ਨੇ। ਉਸ ਤੋਂ ਬਾਅਦ ਇਹ ਕਿਸੇ ਗੁਰਦੁਆਰੇ ਵਿੱਚ ਗਏ ਅਤੇ ਉੱਥੇ ਸਾਰਿਆਂ ਨੂੰ ਇੱਕੋ ਪੰਗਤ 'ਚ ਬਿਠਾ ਕੇ ਅਤੇ ਲੰਗਰ ਖਵਾਇਆ ਜਾ ਰਿਹਾ ਸੀਗਾ। ਉਹ ਇੰਨੇ ਪ੍ਰਭਾਵਿਤ ਹੋਏ ਕਿ ਉਹ ਉਸ ਗੁਰਦੁਆਰੇ ਹੀ ਰਹਿ ਪਏ, ਕਿਉਂਕਿ ਇਕੱਲੇ ਸੀਗੇ, ਆਪ ਹੀ ਲਵਾਰਸ ਸੀਗੇ ਆਪਾਂ ਕਹਿ ਸਕਦੇ ਹੈਗੇ ਆ। ਅਤੇ ਉਸ ਮਤਲਬ ਕਿ ਉਹਦੀ ਸੇਵਾ ਕਰਦੇ ਅਤੇ ਉਹਦੇ ਵਿੱਚ ਉਹਨਾਂ ਨੇ ਅਤੇ ਉਹਨਾਂ ਦੇ ਉੱਥੇ ਜਿਹੜਾ ਸੀਗਾ
ਉਸ ਗੁਰਦੁਆਰੇ ਦਾ ਮੁਖੀ, ਉਹਨਾਂ ਨੇ ਇਹਦਾ ਨਾਮ ਪੂਰਨ ਸਿੰਘ ਰੱਖਿਆ ਮਤਲਬ ਜੀ। ਤੇ ਉੱਥੇ ਹੀ ਰਹਿੰਦੇ ਕੋਈ ਇੱਕ ਔਰਤ ਇਹਨਾਂ ਨੂੰ ਇੱਕ ਆਪਣਾ ਬੱਚਾ ਦੇਗੀ ਜਿਹੜਾ ਵੀ ਇਹਨੂੰ ਸੰਭਾਲ ਤੂੰ, ਮਤਲਬ ਕਿ ਤੇ ਮੈਂ ਆਉਂਦੀ ਹਾਂ, ਜਾਂ ਮਤਲਬ ਕਿ ਕੁਛ ਇਸ ਤਰ੍ਹਾਂ ਦਾ ਇੰਸੀਡੈਂਸ ਉਹਨਾਂ ਦੀ ਜ਼ਿੰਦਗੀ 'ਚ ਆਇਆ। ਉਹ ਬੱਚਾ ਸੀਗਾ, ਉਹ ਕਹਿ ਲਓ ਕਿ ਮੰਦਬੁੱਧੀ ਸੀਗਾ, ਆਪਣੇ ਕੁਝ ਕਰ ਨਹੀਂ ਸੀ ਸਕਦਾ, ਜਾਂ ਇਸ ਕਰਕੇ ਹੀ ਉਹ ਬਹਾਨਾ ਲੱਭ ਕੇ ਤੇ ਔਰਤ ਉਹਨੂੰ ਦੇ ਕੇ ਗਈ। ਪਰ ਉਹਨੂੰ ਜਦੋਂ ਦੇ ਗਈ ਤਾਂ ਉਹਦਾ ਨਾਮ ਪਿਆਰਾ ਸੀਗਾ, ਉਹਨਾਂ ਨੇ ਪਿਆਰਾ ਸੀਗਾ ਕਿ ਪਿਆਰਾ ਰੱਖਿਆ ਭਗਤ ਪੂਰਨ ਸਿੰਘ ਉਹਨਾਂ ਨੇ, ਤੇ ਉਹਨਾਂ ਨੇ ਮਤਲਬ ਕਿ ਉਹਨੂੰ ਸੰਭਾਲਿਆ ਸਾਰੀ ਉਮਰ। ਉਹਦੀ ਮਤਲਬ ਕਿ ਕਹਿ ਲਓ ਕਿ ਉਹਦੇ ਸਾਰੇ ਉਹਨੇ, ਕਿਉਂਕਿ ਛੋਟਾ ਬੱਚਾ ਸੀਗਾ, ਛੋਟਾ ਕਿ ਵੱਡਾ ਹੋਣ ਦੇ ਬਾਵਜੂਦ ਵੀ ਮੰਦਬੁੱਧੀ ਸੀਗਾ, ਤੇ ਆਪਣੇ ਜਿਹੜੇ ਨਿੱਤ ਕਰਮ ਵੀ ਸੀਗੇ, ਇਸ ਤੋਂ ਕਿ ਉਹਨਾਂ ਦੀ ਟੱਟੀ ਪਿਸ਼ਾਬ ਵੀ ਭਗਤ ਜਿਹਨੇ ਖੁਦ ਆਪ ਮਤਲਬ ਕਿ ਇੱਕ ਮਾਂ ਦੇ ਵਾਂਗੂ ਦੇਖਭਾਲ ਕੀਤੀ। ਬਿਲਕੁਲ, ਉਹਨੂੰ ਮਾਂ ਦਾ ਪਿਆਰ ਦਿੱਤਾ। ਮਤਲਬ ਕਿ ਸਵੇਰੇ ਉੱਠ ਕੇ ਜਦੋਂ ਉਹਨੂੰ ਆਪਾਂ ਸੋਚਿਆ ਬੱਚੇ ਨੂੰ ਕੁਝ ਖਾਣਾ ਹੈਗਾ, ਤੇ ਜਦੋਂ ਕੁਛ ਨਹੀਂ ਸੀ ਲੱਭਦਾ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਮੰਗ ਕੇ ਉਹਦੇ ਵਾਸਤੇ ਲੈ ਕੇ ਆਉਣਾ। ਜਿੱਥੇ ਗੁਰਦੁਆਰੇ ਸੀਗੇ, ਗੁਰਦੁਆਰੇ ਦਾ ਇੱਕ ਪ੍ਰਥਾ ਸੀਗੀ ਵੀ ਸਵੇਰੇ ਲੰਗਰ ਬਣੂਗਾ, ਲੰਗਰ ਦਾ ਪਹਿਲਾਂ ਭੋਗ ਲੱਗੂਗਾ, ਫਿਰ ਵਰਤਾਇਆ ਜਾਊਗਾ। ਪਰ ਉਹ ਸੀਗਾ ਕਿ ਬੱਚਾ ਇੰਤਜ਼ਾਰ ਨਹੀਂ ਕਰ ਸਕਦਾ, ਪਰ ਉਹਦੇ ਵਾਸਤੇ ਉਹਨਾਂ ਨੇ ਕਹਿ ਲਓ ਕਿ ਇੱਕ ਤਰ੍ਹਾਂ ਦੀ ਘਰ ਜਾ ਕੇ ਭੀਖ ਵੀ ਮੰਗੀ। ਤੇ ਇਸ ਤਰੀਕੇ ਨਾਲ ਉਹ ਇੱਕ ਮਤਲਬ ਕਿ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਬਣ ਗਿਆ ਵੀ ਇਹਨੂੰ ਸੰਭਾਲਣਾ ਹੈਗਾ। ਤੇ ਫਿਰ ਉਹਨਾਂ ਦਿਨਾਂ ਦੇ ਵਿੱਚ ਇਹ ਲਾਹੌਰ ਦੀ ਗੱਲ ਹੈਗੀ ਹੈ ਜੀ। ਤੇ ਲਾਹੌਰ ਤੋਂ ਬਾਅਦ ਜਦੋਂ ਮਤਲਬ ਕਿ ਆਪਣੇ ਵੰਡ ਹੁੰਦੀ ਹੈ, ਪਾਕਿਸਤਾਨ ਤੇ ਹਿੰਦੁਸਤਾਨ ਬੰਦੇ ਹੈਗੇ ਨੇ, ਤਾਂ ਭਗਤ ਜੀ ਜਿਹੜੇ ਨੇ ਮਤਲਬ ਕਿ ਉੱਥੋਂ ਦੀ ਹਿੰਦੁਸਤਾਨ ਵੱਲ ਆਉਣ ਵਾਸਤੇ ਕਿਸੇ ਰੇਲਵੇ 'ਚ ਬੈਠ ਗਏ, ਤੇ ਜਦੋਂ ਉਹਨਾਂ ਨਾਲ ਪਿਆਰਾ ਉਹਨਾਂ ਨਾਲ ਸਾਰੀ ਉਮਰ ਰਿਹਾ ਉਹ ਜਿਹੜਾ ਬੱਚਾ ਸੀਗਾ, ਉਹ ਫਿਰ ਜਦੋਂ ਮਤਲਬ ਕਿ ਵੰਡ ਦੇ ਟਾਈਮ ਦੇ ਉੱਤੇ ਲਾਹੌਰ ਤੋਂ ਗੱਡੀ ਚੱਲੀ ਤੇ ਅੰਮ੍ਰਿਤਸਰ ਆ ਕੇ ਰੁਕੀ, ਤੇ ਅੰਮ੍ਰਿਤਸਰ ਉਤਰ ਗਏ। ਤਾਂ ਉਸ ਟਾਈਮ ਤੇ ਕਿਵੇਂ ਮਾਰਕਾਟ ਹੋ ਰਹੀ ਸੀਗੀ, ਘੋਰ ਬੜੇ ਮਤਲਬ ਕਿ ਸੀਗਾ। ਤਾਂ ਕਹਿਦਾ ਮਤਲਬ ਉਸ ਵਕਤ ਲਾਵਾਰਸਾਂ ਦੀ ਮਤਲਬ ਕਿ ਤਾਦਾਦ ਥੋੜੀ ਨਹੀਂ ਸੀਗੀ, ਦੁਖੀਆਂ ਦੀ ਤਾਦਾਦ ਸੀਗੀ, ਜ਼ਖਮੀਆਂ ਦੀ ਤਾਦਾਦ ਸੀ। ਬਿਲਕੁਲ, ਉਦੋਂ ਤਾਂ ਚੰਗੇ ਭਲੇ ਪਰਿਵਾਰਾਂ ਦੇ ਵੀ ਆਪਸ ਤੋਂ ਵਿਛੜ ਗਏ ਸੀਗੇ, ਤੇ ਨਹੀਂ ਮਗੇ ਵਿਛੜ ਵੀ ਗਏ, ਪਰ ਮਤਲਬ ਕਿ ਜਿਵੇਂ ਮਾਰ ਕਟਾਈ ਹੋਈ, ਕੋਈ ਮਰ ਗਿਆ, ਕੋਈ ਜ਼ਖਮੀ ਹੋ ਗਿਆ। ਤੇ ਇਹਦਾ ਭਗਤ ਜੀ ਦਾ ਮਤਲਬ ਕਿ ਰੇਲਵੇ ਸਟੇਸ਼ਨ ਤੇ ਉਤਰੇ ਅੰਮ੍ਰਿਤਸਰ, ਤੇ ਉੱਥੇ ਸਾਹਮਣੇ ਖਾਲੀ ਥਾਂ ਸੀਗੀ, ਤੇ ਉੱਥੇ ਆ ਕੇ ਉਹਨਾਂ ਨੇ ਛੋਟਾ ਜਿਹਾ ਇੱਕ ਟੈਂਟ ਜਿਹਾ ਲਾ ਲਿਆ, ਰਹਿਣ ਦਾ ਪ੍ਰਬੰਧ ਕਰ ਲਿਆ। ਉੱਥੇ ਉਹਨਾਂ ਕੋਲ ਪਿਆਰਾ ਸੀਗਾ, ਤੇ ਹੋਰ ਵੀ ਉਹਨਾਂ ਨੂੰ ਜਿਹੜੇ ਵੀ ਇਸ ਤਰ੍ਹਾਂ ਦੇ ਮਤਲਬ ਲਾਵਾਰਿਸ ਜ਼ਖਮੀ ਜੋ ਵੀ ਲੱਭਦੇ, ਉਹਨਾਂ ਸਭ ਨੂੰ ਕਹਿੰਦੇ ਵੀ ਤੁਸੀਂ ਇੱਥੇ ਰਹੋ, ਤੇ ਉਹਨਾਂ ਦਾ ਖਾਣ ਪੀਣ ਦਾ ਰਹਿਣ ਦਾ ਇੰਤਜ਼ਾਮ ਕਰਦੇ, ਉਹਨਾਂ ਦੀ ਦਵਾਈ ਬੂਟੀ ਦਾ ਇੰਤਜ਼ਾਮ ਕਰਦੇ, ਪੱਟੀਆਂ ਪੁੱਟੀਆਂ ਕਰਦਾ, ਜਿਹੜਾ ਸ਼ੁਰੂਆਤ ਵਿੱਚ ਇਹ ਸੀਗਾ। ਫਿਰ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਕੋਈ ਥਾਂ ਦੇ ਉੱਤੇ ਤੁਸੀਂ ਆ ਕੇ ਬਹਿ ਜਾਓ ਤਾਂ ਲੱਗਦਾ ਵੀ ਪਤਾ ਨਹੀਂ ਕੋਈ ਕਬਜ਼ਾ ਹੀ ਨਾ ਕਰ ਲੇ, ਉਹਨੂੰ ਉੱਥੋਂ ਦੀ ਉਠਾ ਦਿੱਤਾ ਗਿਆ ਜੀ। ਤੇ ਉਹ ਖਾਲਸਾ ਕਾਲਜ ਦਾ ਜਿਹੜਾ ਹੈਗਾ ਉਹਦੇ ਸਾਹਮਣੇ ਖਾਲੀ ਗਰਾਊਂਡ ਪਈ ਸੀਗੀ, ਜਿਹਦੀ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਇੱਥੇ ਜਿੱਥੇ ਪਲੇ ਗਰਾਊਂਡ ਹੈਗਾ, ਉਸ ਥਾਂ 'ਤੇ ਆ ਗਏ। ਉਹ ਉੱਥੇ ਆ ਕੇ ਕੁਛ ਸਮਾਂ ਰਹੇ, ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਉਹਨਾਂ ਸੰਭਾਲ ਰਹੀ। ਪਰ ਫਿਰ ਅੰਮ੍ਰਿਤਸਰ ਦੇ ਕਿਸੇ ਅਧਿਕਾਰੀ ਨੇ ਮਤਲਬ ਕਿ ਜਦੋਂ ਦੇਖਿਆ ਇਸ ਤਰ੍ਹਾਂ ਦਾ, ਤੇ ਉਹਨਾਂ ਨੇ ਫਿਰ ਆਪਣੀ ਤਹਿਸੀਲਪੁਰੇ ਖਾਲੀ ਥਾਂ ਸੀਗੀ, ਤੇ ਉਹਨਾਂ ਨੇ ਉਹ ਥਾਂ ਜਿਹੜੀ ਸੀ ਉਹਨਾਂ ਨੂੰ ਅਲਾਟ ਕਰਤੀ ਵੀ ਤੁਸੀਂ ਇੱਥੇ ਇਹਨੂੰ ਆ ਕੇ ਇੱਥੇ ਆਪਣੇ ਪੱਕਾ ਠਿਕਾਣਾ ਬਣਾ ਲਓ ਜੀ। ਉਹ ਫਿਰ ਉਸ ਤਰੀਕੇ ਉਹਨਾਂ ਨੇ ਪੱਕਾ ਠਿਕਾਣਾ ਉੱਥੇ ਬਣਾ ਲਿਆ, ਤੇ ਇਹ ਫਿਰ ਕੰਮ ਉਹਨਾਂ ਦਾ ਚੱਲਦਾ ਰਿਹਾ। ਯਾਨੀ ਕਿ ਫਿਰ ਉੱਥੇ ਤੁਸੀਂ ਦੇਖ ਲਓ ਵੀ ਇੱਥੇ ਹੁਣ ਉਸ ਤੋਂ ਬਾਅਦ ਇੱਕ ਮੇਲ ਵਾਰਡ ਹੈ, ਫੀਮੇਲ ਵਾਰਡ ਹੈਗਾ, ਤੇ ਉੱਥੇ 2-3 ਨੇੜੇ ਤੇੜੇ ਬੱਸ ਸਟੈਂਡ ਦੇ ਸਾਹਮਣੇ ਆਲੇ ਦੁਆਲੇ ਜਿਵੇਂ ਹੈਗੇ ਨੇ ਉਹ ਬਿਲਡਿੰਗਾਂ ਹੈਗੀਆਂ ਨੇ, ਜਿੱਥੇ ਮਤਲਬ ਇਸ ਤਰ੍ਹਾਂ ਦੀ ਸਥਾਪਨਾ ਹੋਈ। ਹਾਂ, ਬਾਅਦ ਦੇ ਵਿੱਚ ਮਤਲਬ ਕਿ ਉਹਨਾਂ ਨੇ ਇਸੇ ਚੀਜ਼ ਦੇ ਵਿੱਚ ਹੀ ਜਿਹੜੀ ਸੇਵਾ ਜਿਹੜੀ ਆ ਉਹ ਕੀਤੀ, ਇਹਨਾਂ ਨੂੰ ਸਾਂਭ ਸੰਭਾਲ ਜਿਹੜੀ ਸੀਗੀ ਲਵਾਰਸਾਂ ਦੀ, ਜਾਂ ਪਿੰਗਲਵਾੜਾ ਜਿਵੇਂ ਨਾਮ ਜਿਹੜਾ ਰੱਖਿਆ ਗਿਆ ਵੀ ਉੱਥੇ ਸਾਂਭ ਸੰਭਾਲ ਜਿਹੜੇ ਪਿੰਗਲੇ ਸੀਗੇ ਉਹਨਾਂ ਦੀ, ਜਾਂ ਇੱਦਾਂ ਕੀਤੀ ਜਾਂਦੀ। ਡਾਕਟਰ ਸਾਹਿਬ, ਇੱਥੇ ਤਾਂ ਜਿਹੜਾ ਇੱਕ ਪਿੰਗਲਵਾੜੇ ਦਾ ਜਿਹੜਾ ਸਥਾਨ ਹੈ ਇੱਥੇ ਤਾਂ ਬਣਿਆ ਹੀ ਆ, ਇੱਕ ਮਾਨਾ ਵਾਲੇ ਵੀ ਕੰਪਲੈਕਸ ਜਿਹੜਾ ਆ ਉਹ ਬਣਿਆ ਆ, ਤੇ ਕੀ ਫਰਕ ਇਹਨਾਂ ਦੇ ਵਿੱਚ ਹੈਗਾ ਆ, ਤੇ ਕਿਵੇਂ ਦੇ ਬੱਚੇ, ਤੁਸੀਂ ਤਾਂ ਜਾਂਦੇ ਹੋ ਉੱਥੇ, ਤਾਂ ਕਿਵੇਂ ਦੇ ਬੱਚੇ ਜਿਹੜੇ ਆ ਉਹ ਇੱਥੇ ਰੱਖੇ ਜਾਂਦੇ ਜਾਂ ਸਾਂਭ ਸੰਭਾਲ ਕੀਤੀ ਜਾਂਦੀ ਹੈ? ਨਹੀਂ ਦੇਖੋ ਆਪਾਂ ਇਹਨੂੰ ਉਹਦੇ ਨਾਲ ਜੋੜੀਏ ਵੀ ਭਗਤ ਪੂਰਨ ਸਿੰਘ ਦਾ ਜਿਵੇਂ ਹਰੇਕ ਆਦਮੀ ਦਾ ਇੱਕ ਅੰਤਿਮ ਸਮਾਂ ਆਉਣਾ ਹੁੰਦਾ ਹੈਗਾ, ਤੇ ਭਗਤ ਪੂਰਨ ਸਿੰਘ ਨੇ ਜੋ ਦੇਖਿਆ ਕਿ ਮਤਲਬ ਕਿ ਉਹਨਾਂ ਨੇ ਆਪਣਾ ਮਤਲਬ ਵੀ ਸਰੀਰ ਛੱਡਣਾ ਹੈਗਾ, ਤੇ ਉਹਨਾਂ ਨੂੰ ਕਿਸੇ ਨਾ ਕਿਸੇ ਵਾਰਿਸ ਦੀ ਲੋੜ ਸੀਗੀ। ਤਾਂ ਵਾਰਿਸ ਦੀ ਲੋੜ ਵਾਸਤੇ ਉਹ ਚਲੋ ਬੜੇ ਸਿਆਣੇ ਸੀਗੇ, ਤੇ ਉਹ ਹਰੇਕ ਬੰਦਾ ਆਪਣਾ ਦੇਖਦਾ ਹੈਗਾ ਵੀ ਕਿਹੜਾ ਮਤਲਬ ਕਿ ਇਹ ਸੰਸਥਾ ਨੂੰ ਸੰਭਾਲ ਸਕਦਾ ਹੈ। ਮੈਂ ਮਤਲਬ ਕਿ ਅਕਸਰ ਗੱਲ ਕਰਿਆ ਕਰਦਾ ਵੀ ਇੱਕ ਹੁੰਦੀ ਸਿੰਪਥੀ, ਹਮਦਰਦੀ, ਸਾਡੇ ਹਰੇਕ ਦੇ 'ਚ ਹਮਦਰਦੀ ਹੈਗੀ ਹੈ, ਹਰੇਕ ਮਨੁੱਖ ਦੇ 'ਚ ਹਮਦਰਦੀ ਹੈ, ਪਰ ਉਹ ਜਾਨਵਰਾਂ ਵਿੱਚ ਵੀ ਹੁੰਦੀ ਹੈਗੀ ਹੈ ਨਾ। ਜਿਹੜੇ ਲੋਕੀ ਜਾਨਵਰ ਪਾਲਦੇ ਆ, ਕੁੱਤਾ ਖਾਸ ਤੌਰ 'ਤੇ, ਗਾਵਾਂ ਮੱਝਾਂ ਵੀ ਪਾਲਦੇ ਹੈਗੇ ਨੇ, ਉਹਨਾਂ ਨੂੰ ਪਤਾ ਹੁੰਦਾ ਗਾਂ ਨੂੰ ਪਛਾਣ ਹੁੰਦੀ ਹੈ ਵੀ ਇਹ ਮੈਨੂੰ ਰੋਜ਼ ਆ ਕੇ ਚਾਰਾ ਖਵਾਉਂਦੀ ਹੈ, ਦੁੱਧ ਮਤਲਬ ਕਿ ਉਹਨੂੰ ਮਤਲਬ ਕਿ ਦੋਣਾ ਹੁੰਦਾ ਹੈ, ਤਾਂ ਜਿਹੜੇ ਵੀ ਲੇਡੀ ਔਰਤ ਜਾਂਦੀ ਹੈਗੀ ਹੈ ਉਹਨੂੰ ਪਛਾਣ ਹੁੰਦੀ ਹੈ, ਉਹਦੀ ਹੱਥ ਦੀ ਪਛਾਣ ਹੁੰਦੀ ਹੈ। ਬਿਲਕੁਲ, ਆਦਮੀ ਦੇ ਵਿੱਚ, ਮਨੁੱਖ ਦੇ ਵਿੱਚ ਮਤਲਬ ਜਿਹਦਾ ਇੱਕ ਹੋਰ ਖਾਸੀਅਤ ਹੈਗੀ ਹੈ, ਅਸੀਂ ਦੂਸਰੇ ਦਾ ਦਰਦ ਜਿਹੜਾ ਹੈਗਾ ਉਹ ਆਪਣੇ ਉੱਪਰ ਪਿੰਡੇ ਉੱਪਰ ਹੰਡਾ ਸਕਦੇ ਹੈਗੇ ਆ, ਆਪਾਂ ਮਹਿਸੂਸ ਕਰ ਸਕਦੇ, ਜਿਹਨੂੰ ਐਮਪੈਥੀ ਕਹਿੰਦੇ ਹੈਗੇ ਨੇ।
ਹਿੰਦੀ ਵਿੱਚ ਉਹਦਾ ਸ਼ਬਦ ਸਹਾਨੂਭੂਤੀ ਹੈਗਾ, ਸਹਿ ਅਨੁਭੂਤੀ, ਬਸ ਜਿਹੋ ਜਿਹਾ ਤੂੰ ਮਹਿਸੂਸ ਕਰ ਰਿਹਾ ਉਹ ਜਿਹਾ ਹੀ ਮੈਂ ਮਹਿਸੂਸ ਕਰਾਂ। ਸਿੰਪਥੀ ਹੁੰਦੀ ਦਇਆ ਕਰਨੀ ਜੀ। ਜਦੋਂ ਅਸੀਂ ਜਿਵੇਂ ਭਿਖਾਰੀ ਬੈਠਾ ਹੈਗਾ, ਅਸੀਂ ਉੱਥੋਂ ਟੱਪਦੇ ਹੈਗੇ, ਅਸੀਂ 5-10 ਰੁਪਏ ਦੇ ਜਾਂਦੇ ਹਾਂ, ਅਸੀਂ ਇਹ ਹਮਦਰਦੀ ਕੀਤੀ, ਉਹਨੂੰ ਮਾਰੀ ਦਇਆ ਆ ਗਈ, ਸਾਡੇ ਤੇ ਰਹਿਮ ਆ ਗਿਆ। ਪਰ ਜਿਹੜੀ ਸਹਿ ਅਨੁਭੂਤੀ ਹੈ ਨਾ, ਉਹਦੇ ਵਿੱਚ ਇਹ ਹੁੰਦਾ ਕਿ ਅਸੀਂ ਉਸ ਬੰਦੇ ਦੀ ਕੰਡੀਸ਼ਨ 'ਤੇ ਚਲੇ ਜਾਂਦੇ ਹਾਂ, ਮਨੁੱਖ ਉਹਦੇ ਚਲਾ ਜਾਂਦਾ। ਜੇ ਮੰਨ ਲਓ ਕੋਈ ਐਕਸੀਡੈਂਟ ਹੋਇਆ ਤੇ ਤੁਸੀਂ ਇੱਕਦਮ ਤੁਹਾਡੇ ਦਿਮਾਗ 'ਚ ਆਵੇ ਜੇ ਮੇਰੇ ਨਾਲ ਹੋਇਆ ਹੁੰਦਾ, ਫਿਰ ਆਪਾਂ ਮਹਿਸੂਸ ਕਰਦੇ ਹਾਂ ਸਾਡੇ ਅੰਦਰ ਇੱਕ ਮਤਲਬ ਸਾਡਾ ਸਾਰਾ ਸਰੀਰ ਜਿਹੜਾ ਕੰਬ ਜਾਂਦਾ ਹੈਗਾ ਵੀ ਜੇ ਮੈਂ ਇਹ ਹਾਲ ਹੋਇਆ ਉਹਦਾ। ਰੇਲਵੇ ਦੇ ਵਿੱਚ ਹਾਦਸੇ ਹੁੰਦੇ ਨੇ, ਹੋਰ ਭੂਚਾਲ ਆ ਜਾਂਦਾ ਹੈਗਾ, ਤਾਂ ਉਹ ਹੈਗੀ ਹੈ। ਅਤੇ ਫਿਰ ਉਸ ਐਮਪੈਥੀ ਦੇ ਵਿੱਚ ਤੁਸੀਂ ਅਗਲਾ ਕਦਮ ਪੁੱਟਦੇ ਹੋ ਵੀ ਆਪਾਂ ਕਿਸੇ ਦੀ ਮਦਦ ਕਰੀਏ ਉਸ ਅਵਸਥਾ ਦੇ ਵਿੱਚ। ਤਾਂ ਉਹ ਸੰਭਾਲਣ ਦੇ ਵਾਸਤੇ ਇਹੋ ਜਿਹੀ ਸ਼ਖਸੀਅਤ ਦੀ ਲੋੜ ਸੀਗੀ ਭਗਤ ਪੂਰਨ ਸਿੰਘ ਦੇ ਦਿਮਾਗ ਦੇ ਵਿੱਚ ਵੀ ਜਿਹਦੇ ਮਨ ਦੇ ਵਿੱਚ ਇਸ ਤਰੀਕੇ ਦੀ ਦਇਆ ਹੋਵੇ, ਇਸ ਤਰੀਕੇ ਦੀ ਸਹਿ ਅਨੁਭੂਤੀ ਹੋਵੇ, ਉਹ ਉਹਨੂੰ ਆਪਣਾ ਸਮਝ ਸਕੇ, ਜਿਵੇਂ ਉਹਨਾਂ ਨੇ ਪਿਆਰੇ ਨੂੰ ਆਪਣਾ ਸਮਝਿਆ। ਬਿਲਕੁਲ। ਤੇ ਫਿਰ ਉਹਨਾਂ ਨੂੰ ਉਹ ਸ਼ਖਸੀਅਤ ਡਾਕਟਰ ਇੰਦਰਜੀਤ ਦੇ ਵਿੱਚ ਨਜ਼ਰ ਆਈ। ਉਹਨਾਂ ਦੇ ਪਰਿਵਾਰ ਨਾਲ ਇਹਦਾ ਸੀਗਾ, ਡਾਕਟਰ ਇੰਦਰਜੀਤ ਕੌਰ ਸੰਗਰੂਰ ਦੇ ਰਹਿਣ ਵਾਲੇ ਹੈਗੇ ਆ, ਤੇ ਸੰਗਰੂਰ ਦੇ ਵਿੱਚ ਉਹ ਦੱਸਦੇ ਤਾਂ ਜੇ ਡਾਕਟਰ ਇੰਦਰਜੀਤ ਕੌਰ ਹੈ ਤਾਂ ਉਹ ਡਾਕਟਰ ਹੈਗੇ ਆ, ਉਹ MBBS ਡਾਕਟਰ ਹੈਗੇ ਆ। ਉਹ MBBS ਕਰਕੇ ਪਟਿਆਲੇ ਤੋਂ ਸੰਗਰੂਰ ਦੇ ਵਿੱਚ ਹਸਪਤਾਲ ਚਲਾਉਂਦੇ ਸੀਗੇ। ਉਹਦੇ ਪਿਤਾ ਨੇ ਉਹਨੂੰ ਹਸਪਤਾਲ ਖੋਲ੍ਹ ਕੇ ਦਿੱਤਾ ਸੀਗਾ, ਤੇ ਉਹਨਾਂ ਦਾ ਆਉਣ ਜਾਣ ਸੀਗਾ ਉਹਨਾਂ ਦੇ ਪਿਤਾ ਜੀ ਦਾ ਵੀ, ਤੇ ਆਪਣੇ ਬੀਬੀ ਇੰਦਰਜੀਤ ਕੌਰ ਦੇ, ਤੇ ਆਪਣੇ ਭਗਤ ਪੂਰਨ ਸਿੰਘ ਹੋਰਾਂ ਨਾਲ। ਤੇ ਪਰ ਉਹਨਾਂ ਨੇ ਫਿਰ ਹੌਲੀ ਹੌਲੀ ਕਰਦੇ ਉਹਨਾਂ ਦੇ ਹੱਥ ਰੱਖਤਾ ਵੀ ਤੂੰ ਇਹਨੂੰ ਸੰਸਥਾ ਨੂੰ ਤੂੰ ਸੰਭਾਲਣਾ ਹੈਗਾ। ਇਹ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੇ ਨਵੀਂ ਸੋਚ ਦੇ ਨਾਲ, ਨਵੇਂ ਮਤਲਬ ਹੋਰ ਚੀਜ਼ਾਂ ਨਾਲ ਮਾਨਾ ਵਾਲਾ ਜਿਹੜਾ ਕੰਪਲੈਕਸ ਹੈ ਉਹ ਡਿਵੈਲਪ ਬਾਅਦ ਵਿੱਚ ਹੋਇਆ, ਉਹ ਬੀਬੀ ਇੰਦਰਜੀਤ ਕੌਰ ਦੀ ਸੋਚ ਦੇ ਨਾਲ ਹੋਇਆ ਹੈਗਾ ਜੀ। ਬਿਲਕੁਲ। ਅਤੇ ਮਾਨਾ ਵਾਲਾ ਕੰਪਲੈਕਸ ਜਿਹੜਾ ਹੈ ਉਹਦੇ ਵਿੱਚ ਕੀ ਖਾਸੀਅਤ ਹੈ ਦੂਸਰੇ ਜਿਹੜਾ ਇੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਕੰਪਲੈਕਸ ਜਿਹੜਾ ਬਣਿਆ ਹੋਇਆ ਆ, ਇੱਥੇ ਵੀ ਬੱਚੇ ਜਿਹੜੇ ਰੱਖੇ ਜਾਂਦੇ ਆ, ਉੱਥੇ ਵੀ ਬੱਚੇ ਹੁੰਦੇ ਆ? ਨਹੀਂ, ਦੇਖੋ ਹੈਗਾ ਕਿ ਜੀ ਮੈਂ ਜਿਵੇਂ ਦੱਸਿਆ ਕਿ ਡਾਕਟਰ ਇੰਦਰਜੀਤ ਕੌਰ ਡਾਕਟਰ ਹੈਗੇ ਆ, MBBS ਹੈਗੇ ਆ, ਉਹਨਾਂ ਕੋਲ ਇੱਕ ਵਿਗਿਆਨ ਦੀ ਮੈਡੀਕਲ ਦੀ ਪੜ੍ਹਾਈ ਹੈਗੀ ਹੈ। ਉਹਨਾਂ ਨੇ ਮਤਲਬ ਕਿ ਜਦੋਂ ਦੇਖਿਆ ਕਿ ਜਿਹੜੇ ਲਾਵਾਰਿਸ ਨੇ, ਪਿੰਗਲੇ ਹੈਗੇ ਨੇ, ਅਪਾਹਜ ਹੈਗੇ ਨੇ, ਉਹਨਾਂ ਦੀ ਕੋਈ ਨਾ ਕੋਈ ਘਾਟ ਹੈਗੀ, ਨੁਕਸ ਹੈਗੀ ਹੈ, ਸਭ ਤੋਂ ਪਹਿਲਾਂ ਮਤਲਬ ਕਿ ਉਹਨਾਂ ਨੂੰ ਕਿਤੋਂ ਮਤਲਬ ਕਿ ਉਹਨਾਂ ਦੀ ਕਿਸੇ ਦੋਸਤ ਨੇ, ਫਰੈਂਡ ਨੇ ਉਹਨੂੰ ਇੱਕ ਵੀਡੀਓ ਭੇਜੀ ਜਿਹੜੀ ਉਹਨੇ ਦੇਖੀ, ਡਾਕੂਮੈਂਟਰੀ ਸੀਗੀ ਅਪਾਹਿਜਾਂ ਦੇ ਉੱਪਰ, ਮਤਲਬ ਕਿ ਅਤੇ ਉਹਨਾਂ ਅਪਾਹਿਜਾਂ ਦੇ ਵਿੱਚ ਉਹਨਾਂ ਨੇ ਮੈਂ ਦੇਖਿਆ ਕਿ ਉਹ ਕਿਵੇਂ ਇੱਕ ਅਪਾਹਿਜ ਨੇ ਉਹ ਮਤਲਬ ਕਿ ਉਹਨਾਂ ਨੂੰ ਜਦੋਂ ਆਰਟੀਫਿਸ਼ਲੀ ਅੰਗ ਲੱਗ ਜਾਂਦਾ ਹੈਗਾ ਅਤੇ ਉਹਦੀ ਜ਼ਿੰਦਗੀ ਬਦਲ ਜਾਂਦੀ ਹੈਗੀ ਹੈ। ਯਾਨੀ ਇੱਕ ਬੰਦਾ ਵੀਲ ਚੇਅਰ 'ਤੇ ਹੈਗਾ ਜਾਂ ਰੇੜ ਕੇ ਚਾਰਿਆ ਹੈਗਾ, ਜਦੋਂ ਉਹਨੂੰ ਅੰਗ ਲੱਗ ਜਾਂਦਾ ਹੈਗਾ ਆਰਟੀਫਿਸ਼ੀਅਲ, ਅਤੇ ਉਹ ਫਿਰ ਉਹਨਾਂ ਦੇ ਦਿਮਾਗ 'ਚ ਆਇਆ ਵੀ ਇਹ ਕੰਮ ਕਰਨਾ ਚਾਹੀਦਾ ਹੈਗਾ, ਤਾਂ ਕਿ ਜਿੱਦਾਂ ਮਤਲਬ ਕਿ ਉਹਨਾਂ ਦੇ ਕੋਲ ਅੰਦਰ ਲਵਾਰਿਸ ਪਿੰਗਲੇ ਹੈਗੇ ਨੇ, ਜਿਹੜੇ ਅਪਾਹਿਜ ਹੈਗੇ ਨੇ ਕਿਸੇ ਨਾ ਕਿਸੇ ਅੰਗ ਤੋਂ, ਤਾਂ ਕਿ ਉਹ ਆਪਣੇ ਕੰਮ ਜੋਗੀ ਹੋ ਜਾਣ। ਤਾਂ ਉਹਨੇ ਸਭ ਤੋਂ ਪਹਿਲਾਂ ਉੱਥੇ ਸ਼ੁਰੂਆਤ ਕੀਤਾ, ਆਰਟੀਫਿਸ਼ੀਅਲ ਮਨਸੂਈ ਅੰਗਾਂ ਦਾ ਕੰਮ ਸ਼ੁਰੂ ਕੀਤਾ। ਮਤਲਬ ਇੱਥੇ ਆਪ ਤਿਆਰ ਕਰਦੇ ਇੱਥੇ? ਹਾਂ, ਉੱਥੇ ਉਹਨਾਂ ਨੇ ਐਕਸਪਰਟ ਲੈਂਦਾ ਇੱਕ, ਜਿਹਨੇ ਮਤਲਬ ਕਿ ਉਸ ਦੀ ਉੱਥੇ ਟ੍ਰੇਨਿੰਗ ਲਈ ਵੀ ਹੈ, ਉਹ ਟ੍ਰੇਨਿੰਗ ਲੈਤਾ ਹੋਇਆ, ਉਹਦੇ ਵਿੱਚ ਉਹ ਤੁਸੀਂ ਉੱਥੇ ਜਾਓ, ਜਿਹੜੇ ਵੀ ਮਤਲਬ ਕਿ ਕੰਮ ਹੈ ਅੱਜ ਵੀ ਤੁਸੀਂ ਕੋਈ ਬੰਦਾ ਉੱਥੇ ਭੇਜ ਸਕਦੇ ਹੈਗੇ ਹੋ। ਉੱਥੇ ਸਾਰੇ ਅੰਦਰ ਤੁਸੀਂ ਪਿੰਗਲਵਾੜੇ ਦੇ ਗੇਟ ਦੇ ਅੰਦਰ, ਚਾਹੇ ਇੱਥੇ ਚਾਹੇ ਉਸ ਦੇ ਅੰਦਰ ਵੜ ਜਾਂਦੇ ਹੈਗੇ ਹੋ, ਤਾਂ ਅੰਦਰ ਜੋ ਵੀ ਕੰਮ ਹੁੰਦਾ ਹੈਗਾ ਉਹ ਸਭ ਫ੍ਰੀ ਆਫ ਕਾਸਟ ਹੈਗਾ, ਕਿਸੇ ਤੋਂ ਕੋਈ ਨਿੱਕਾ ਪੈਸਾ ਨਹੀਂ ਲਿਆ ਜਾਂਦਾ, ਕੋਈ ਪਰਚੀ ਫੀਸ ਵੀ ਨਹੀਂ ਹੈਗੀ। ਉੱਥੇ ਉਹਦੇ ਕੋਲ ਜਾਂਦੇ ਆ ਲੋਕੀ, ਮਤਲਬ ਕਿ ਜਾ ਕੇ ਦਿਖਾਉਂਦੇ ਆ ਉਹਨੂੰ ਕਿ ਜਿਹਦਾ ਅੰਗ ਬਣ ਸਕਦਾ ਹੈਗਾ ਉਹ ਉਸ ਤਰ੍ਹਾਂ ਬਣਾਇਆ ਜਾਂਦਾ ਹੈ। ਜੋ ਸਮਾਨ ਚਾਹੀਦਾ ਹੈਗਾ ਉਹ ਐਕਸਪਰਟ ਹੈਗਾ, ਇਹ ਨਹੀਂ ਹੈ ਕਿ ਉਹਨੂੰ ਵੈਸੇ ਰੱਖਿਆ ਹੋਇਆ ਹੈਗਾ, ਉਹਨੇ ਪੂਰੀ ਟ੍ਰੇਨਿੰਗ ਕੀਤੀ ਹੋਈ ਹੈਗੀ ਹੈ, ਕਿਸੇ ਯੂਨੀਵਰਸਿਟੀ ਤੋਂ ਉਹਨੇ ਡਿਗਰੀ ਲਿੱਤੀ ਵੀ ਹੈਗੀ ਹੈ, ਉਹ ਬੰਦੇ ਨੇ ਐਕਸਪਰਟ ਬੰਦੇ ਨੇ ਅੱਗੋਂ ਨੇ ਆਪਣੇ ਅੱਗੋਂ ਕੰਮ ਮੇ ਰੱਖੇ ਹੋਏ ਨੇ, ਉਸ ਤਰੀਕੇ ਨਾਲ ਉਹ ਉੱਥੇ ਮਨਸੂਈ ਅੰਗ ਬਣਾਏ ਜਾਂਦੇ ਹੈਗੇ ਜੀ। ਡਾਕਟਰ ਸਾਹਿਬ, ਜਿਵੇਂ ਗੱਲ ਅਸੀਂ ਕਰ ਰਹੇ ਹਾਂ ਕਿ ਉਹ ਕੰਪਲੈਕਸ ਜਿਹੜਾ ਆ ਉਹ ਵੱਖਰਾ ਹੈਗਾ, ਅਤੇ ਪਿੰਗਲਵਾੜੇ ਦਾ ਨਾਮ ਜਿਹੜਾ ਆ ਉਹ ਇਵੇਂ ਦਾ ਆ ਕਿ ਜਦੋਂ ਕੋਈ ਵਿਅਕਤੀ ਨਾਮ ਸੁਣਦਾ ਤਾਂ ਇਹੋ ਹੀ ਆਉਂਦਾ ਕਿ ਇੱਥੇ ਜਿਹੜੇ ਲਵਾਰਸ ਨੇ ਜਾਂ ਜਿਹੜੇ ਪਿੰਗਲੇ ਨੇ ਉਹਨਾਂ ਨੂੰ ਹੀ ਰੱਖਿਆ ਜਾਂਦਾ ਆ। ਇਸ ਤੋਂ ਇਲਾਵਾ ਹੋਰ ਵੀ ਬੱਚੇ ਜਿਹੜੇ ਰੱਖੇ ਜਾਂਦੇ ਜਾਂ ਜਿਨ੍ਹਾਂ ਜਿਹੜੇ ਵਿਚਾਰੇ ਕਿਤੇ ਨਹੀਂ ਹੋਰ ਰਹਿ ਸਕਦੇ ਜਾਂ ਪੜ੍ਹਨਾ ਚਾਹੁੰਦੇ ਆ, ਜਾਂ ਐਵੇਂ ਦੇ ਬੱਚੇ ਵੀ ਹੈਗੇ? ਨਹੀਂ, ਮੈਂ ਦੱਸਿਆ ਨਾ ਵੀ ਇਹ ਦਰਅਸਲ ਡਾਕਟਰ ਇੰਦਰਜੀਤ ਕੌਰ ਦੀ ਸੋਚ ਸੀਗੀ, ਵਿਗਿਆਨਕ ਸੋਚ ਸੀ। ਇੱਕ ਇਹਦਾ ਕਾਰਨ ਹੈ, ਮਤਲਬ ਕਿ ਮਕਸਦ ਇਹ ਨਹੀਂ ਹੈਗਾ ਕਿ ਵੀ ਅਸੀਂ ਕੁਝ ਬੰਦੇ ਇਕੱਠੇ ਕਰਦੇ ਹਾਂ ਜਿਹੜੇ ਲਾਵਾਰਿਸ ਨੇ, ਮਤਲਬ ਕਿ ਜਿਹਨਾਂ ਦਾ ਕੋਈ ਦੇਖ ਰੇਖ ਕਰਨ ਵਾਲਾ ਨਹੀਂ ਹੈਗਾ, ਮਤਲਬ ਕਿ ਵਿਛੜ ਗਏ ਨੇ ਮਾਪੇ ਜਾਂ ਕੁਝ ਹੋਰ ਹੋ ਗਿਆ ਹੈਗਾ, ਤਾਂ ਉਹਨਾਂ ਨੂੰ ਇਕੱਠਾ ਕਰਕੇ ਤੁਸੀਂ ਇੱਕ ਬਿਲਡਿੰਗ ਦੇ ਵਿੱਚ ਰੱਖਤਾ ਅਤੇ ਉਹਨਾਂ ਨੂੰ ਰੋਟੀ ਖਵਾਤੀ ਅਤੇ ਰਾਤ ਨੂੰ ਸਵਾਤਾ, ਠੰਡ ਦੇ ਗਰਮੀ ਦੇ ਵਿੱਚ ਉਹਨੂੰ ਮਤਲਬ ਕਿ ਕੋਈ ਕੱਪੜੇ ਦਾ ਇੰਤਜ਼ਾਮ ਕਰਤਾ, ਉਹ ਨਹੀਂ ਹੈਗਾ। ਇਹ ਹੈਗਾ ਕਿ ਉੱਥੇ ਹਰੇਕ ਜਿਹੜਾ ਵੀ ਉੱਥੇ ਸ਼ਖਸ ਹੈਗਾ ਉਸ ਦੀ ਜ਼ਿੰਦਗੀ ਵਧੀਆ ਬਣਾਉਣ ਦਾ ਮਕਸਦ ਹੈਗਾ। ਉਹਦੇ ਕਹਿਣ ਤੋਂ ਭਾਵ ਕਿ ਉਹਨੂੰ ਪੜ੍ਹਾਈ ਵੀ ਕਰਾਈ ਜਾਂਦੀ ਹੈ। ਮਤਲਬ ਕਿ ਪੜ੍ਹਾਈ ਉੱਥੇ ਸਕੂਲ ਖੋਲ੍ਹਿਆ ਗਿਆ, ਫਿਰ ਬਾਅਦ ਉੱਥੇ ਆਦਰਸ਼ ਸਕੂਲ ਖੋਲ੍ਹਿਆ ਹੋਇਆ ਹੈਗਾ +2 ਤੱਕ। ਜਿਹੜੇ ਲਾਵਾਰਿਸ ਹੁੰਦੇ ਨੇ ਉਹ ਤਾਂ ਉੱਥੇ ਪੜ੍ਹਦੇ ਹੀ ਪੜ੍ਹਦੇ ਹੈਗੇ ਨੇ ਬੱਚੇ, ਅਤੇ ਉਸ ਤੋਂ ਇਲਾਵਾ
ਜਿਹੜੇ ਨੇੜੇ ਤੇੜੇ ਪਿੰਡਾਂ ਦੇ ਮਤਲਬ 20-25 ਕਿਲੋਮੀਟਰ ਤੋਂ ਮਤਲਬ ਕਿ ਜਿਹੜੇ ਉਹ ਵੀ ਖਾਸ ਤੌਰ ਤੇ ਜਿਹਨਾਂ ਨੂੰ ਜ਼ਰੂਰਤ ਹੈਗੀ ਹੈ, ਕਿਉਂਕਿ ਪੜ੍ਹਾਈ ਉੱਥੇ ਮਤਲਬ ਕਿ ਕਿਉਂਕਿ ਬੜੇ ਦਿਲ ਲਾ ਕੇ ਕੀਤੀ ਜਾਂਦੀ ਹੈ, ਕਿਉਂਕਿ ਉਹ ਸੰਸਥਾ ਹੀ ਉਸ ਤਰ੍ਹਾਂ ਦੀ ਸੇਵਾਵਾਂ ਵਾਲੀ ਹੈਗੀ ਹੈ। ਤਾਂ ਇਸ ਕਰਕੇ ਉਹਦੀ ਪੜ੍ਹਾਈ ਦਾ ਤੁਸੀਂ ਅੰਦਾਜ਼ਾ ਇੱਥੋਂ ਲਗਾਓ ਕਿ ਹੁਣ ਲੇਟੈਸਟ ਸੀ ਕੁਝ ਦਿਨ ਪਹਿਲਾਂ ਹੀ 10ਵੀਂ ਦਾ ਤੇ 12ਵੀਂ ਦਾ ਰਿਜ਼ਲਟ ਆਇਆ ਹੈਗਾ, ਤੇ ਲਗਭਗ ਸਾਰੇ ਬੱਚਿਆਂ ਦੇ 90% ਤੋਂ ਉੱਪਰ ਨੰਬਰ ਆਏ ਹੈਗੇ ਨੇ। ਉਹ ਸਾਰੇ ਉਹਨਾਂ ਪਰਿਵਾਰਾਂ ਤੋਂ ਨੇ ਜਿਨ੍ਹਾਂ ਦੇ ਮਾਪਿਓ ਅਨਪੜ੍ਹ ਨੇ, ਜਿਹੜੇ ਮਤਲਬ ਕਿ ਕਾਫੀ ਗਰੀਬ ਨੇ, ਤੇ ਮਤਲਬ ਕਿ ਉਹ ਬਿਲਕੁਲ ਸਮਰੱਥ ਨਹੀਂ ਨੇ ਕਿਸੇ ਵੀ ਸਕੂਲ ਦੇ ਜਾਣ ਦੇ। ਬਿਲਕੁਲ ਡਾਕਟਰ ਸਾਹਿਬ, ਪਿੱਛੇ ਜੇ ਇੱਕ ਖਬਰ ਵੀ ਬੜੀ ਚਰਚਾ ਦੇ ਵਿੱਚ ਰਹੀ ਹੈ, ਜਿਹੜਾ ਇੱਥੇ ਲੜਕੇ ਜਿਹੜੇ ਉਹ ਧੜ ਇੱਕਿਆ ਤੇ ਥੱਲੇ ਲੱਤਾਂ ਦੇ ਉਹ ਸੋਹਣਾ ਤੇ ਮੋਹਣਾ, ਉਹਨਾਂ ਨੂੰ ਸਰਕਾਰੀ ਨੌਕਰੀ ਵੀ ਮਿਲੀ। ਹਾਂ, ਉਹ ਤਾਂ ਉਹ ਇਹ ਵੀ ਖਬਰ ਜਦੋਂ ਹੁਣ ਉਸ ਗੱਲ ਨੂੰ ਉਹਦਾ ਬੱਚੇ ਮਤਲਬ ਦੱਸੀ ਨਾ ਵੀ ਤੁਸੀਂ ਸਰਕਾਰੀ ਨੌਕਰੀ ਮਿਲੀ ਹੈ, ਤਾਂ ਇਸ ਵਕਤ ਮੇਰੇ ਹਿਸਾਬ ਨਾਲ ਉਹ 25-30 ਸਾਲ ਦੇ ਵਿਚਕਾਰ ਹੈਗੇ ਨੇ, ਉਹਨਾਂ ਦੀ ਉਮਰ ਹੈਗੀ ਹੈ। ਤੇ ਉਹ ਉਹਦੀ ਖਬਰ ਪੜੀ, ਮਤਲਬ ਕਿ ਵੀ ਇਸ ਤਰ੍ਹਾਂ ਦਾ ਇੱਕ ਬੱਚਾ ਪੈਦਾ ਹੋਇਆ ਹੈਗਾ, ਤੇ ਉਹਨਾਂ ਨੂੰ ਲੱਗਿਆ ਵੀ ਇੱਥੇ ਬੀਬੀ ਜੀ ਨੂੰ ਖਾਸ ਤੌਰ ਤੇ ਵੀ ਉਹਨਾਂ ਨੂੰ ਮਤਲਬ ਕਿ ਜਾ ਕੇ ਉਹ ਮਿਲੇ, ਤੇ ਉਹਨਾਂ ਨੇ ਕਿਹਾ ਵੀ ਇਸ ਬੱਚੇ ਨੂੰ ਅਸੀਂ ਸਾਂਭਾਂਗੇ, ਤੇ ਜਾਂ ਪਤਾ ਨਹੀਂ ਉਸਨੇ ਮਤਲਬ ਕਿ ਰਿਕੁਐਸਟ ਕੀਤੀ ਵੀ ਇਹ ਸਾਡੇ ਤੋਂ ਸਾਂਭੇ ਨਹੀਂ ਜਾਣੇ, ਸਾਡੇ ਕੋਲ ਇਸ ਤਰ੍ਹਾਂ ਦੇ ਬੱਚੇ ਪੈਦਾ ਹੋਏ ਨੇ। ਤਾਂ ਉਹਨਾਂ ਨੂੰ ਬੀਬੀ ਜੀ ਲਿਆਂਦਾ, ਤੇ ਉਹ ਉਸ ਮਤਲਬ ਕਿ ਸ਼ਖਸ ਨੂੰ ਉਹਨਾਂ ਨੂੰ ਬਚਾਉਣ ਦੇ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਉਹ ਹੈਗੀ ਹੈ ਕਿ ਪੂਰੀ ਕੇਅਰ ਕੀਤੀ ਗਈ ਉਹਨਾਂ ਦੀ। ਹੁਣ ਦੋਵੇਂ ਇੰਡੀਪੈਂਡੈਂਟ ਹੈਗੇ ਨੇ, ਤੇ ਦੋਵੇਂ ਜਿਹੜੇ ਤੁਹਾਨੂੰ ਦੱਸਿਆ ਕਿ ਜਿਵੇਂ ਉਹਨਾਂ ਨੂੰ ਨੌਕਰੀ ਮਿਲੀ ਹੈਗੀ ਹੈ ਇਲੈਕਟ੍ਰਿਸਿਟੀ ਦੇ ਵਿੱਚ, ਉਹਨਾਂ ਨੇ ਮਤਲਬ ਕਿ ਡਿਪਲੋਮਾ ਕੀਤਾ ਹੈਗਾ, ਤੇ ਉਹ ਬੱਚੇ ਪੜ੍ਹੇ, ਯਾਨੀ ਕਿ ਉਹਨਾਂ ਦਾ ਇੰਟਰਸਟ ਦੇਖਿਆ ਕਿ ਜੇ ਪਿੰਗਲਵਾੜੇ ਦੇ ਵਿੱਚ ਕੋਈ ਵੀ ਕਿਤੇ ਬਿਜਲੀ ਦਾ ਕੋਈ ਫਾਲਟ ਪੈਣਾ ਤਾਂ ਉਹਨਾਂ ਨੇ ਅੱਗੇ ਹੋ ਕੇ ਜਾ ਕੇ ਉਹਨੂੰ ਠੀਕ ਕਰਨਾ। ਛੋਟਾ ਮੋਟਾ ਫਾਲਟ ਅਸੀਂ ਆਪਾਂ ਵੀ ਠੀਕ ਕਰ ਲੈਂਦੇ ਹਾਂ, ਪਰ ਜਦੋਂ ਇੰਟਰਸਟ ਦੇਖਿਆ ਤਾਂ ਇੰਟਰਸਟ ਦੇਖ ਕੇ ਉਹਨਾਂ ਨੂੰ ਫਿਰ ਉਹਨੇ ਉਹਦਾ ਡਿਪਲੋਮਾ ਕਰਾਇਆ, ਤੇ ਹੁਣ ਉਹਨਾਂ ਨੂੰ ਆਪਣੇ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਨੌਕਰੀ ਮਿਲੀ ਹੈਗੀ ਹੈ। ਡਾਕਟਰ ਸਾਹਿਬ, ਜਿਵੇਂ ਇਹ ਤਾਂ ਗੱਲ ਹੋ ਗਈ ਕਿ ਪੜ੍ਹ ਕੇ ਨੌਕਰੀ, ਜਾਂ ਜਿਹੜਾ ਕੋਈ ਬੱਚਾ ਖੇਡਾਂ ਦੇ ਖੇਤਰ ਦੇ ਵਿੱਚ ਚੰਗਾ ਹੈਗਾ ਆ, ਉਸ ਦੀ ਵੀ ਜਿਹੜੀ ਆ ਉਹ ਕਲਾ ਨੂੰ ਪਛਾਣ ਕੇ ਜਿਹੜਾ ਉਸ ਤਰੀਕੇ ਦੇ ਨਾਲ ਉਹਨੂੰ ਵੀ ਜਿਹੜਾ ਆ ਇਸ ਪਾਸੇ ਨੂੰ ਅੱਗੇ ਵਧਾਇਆ ਜਾਂਦਾ। ਉਹ ਮੈਂ ਤੁਹਾਨੂੰ ਦੱਸਿਆ ਹੀ ਹੈ ਨਾ ਕਿ ਉੱਥੇ ਹਰੇਕ ਬੱਚਾ ਆਪਾਂ ਇਹ ਕਹਿ ਸਕਦੇ ਇੱਕ ਬੱਚੇ ਦੀ ਜਿਹੜੀ ਰੁਚੀ ਹੈ, ਦਿਲਚਸਪੀ ਹੈ, ਉਹਦਾ ਧਿਆਨ ਰੱਖਿਆ ਜਾਂਦਾ ਹੈ। ਉਹਦੀ ਪੂਰੀ ਸ਼ਖਸੀਅਤ ਨੂੰ ਉਸਾਰਨ ਦੇ ਵਾਸਤੇ ਮਤਲਬ ਕਿ ਆਪਾਂ ਕਹਿ ਜਿਵੇਂ ਇੱਕ ਪਰਿਵਾਰ ਦੇ ਵਿੱਚ 5 4 6 ਬੱਚੇ ਜਿੰਨੇ ਮਰਜ਼ੀ ਹੁਣ ਆਪਾਂ ਵੱਡਾ ਪਰਿਵਾਰ ਹੋਵੇ, ਜਿਵੇਂ ਮਾਪੇ ਹਰੇਕ ਬੱਚੇ ਦਾ ਧਿਆਨ ਰੱਖਦੇ ਆ, ਉਵੇਂ ਉਸ ਦੇ ਵਿੱਚ ਹਰੇਕ ਬੱਚੇ ਦਾ ਧਿਆਨ ਰੱਖਿਆ ਜਾਂਦਾ। ਖੇਡਾਂ ਦੇ ਵਿੱਚ ਵੀ ਪਿੱਛੇ ਜੇ ਲੜਕੀਆਂ ਖੇਡਾਂ ਦੇ ਵਿੱਚ ਤਾਂ ਇਹ ਤਾਂ ਚਲੋ ਇੱਕ ਨਾਰਮਲ ਜਿਵੇਂ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਵੀ ਖੇਡਾਂ ਹੁੰਦੀਆਂ ਨੇ, ਉਹਦੇ ਵਿੱਚ ਵੀ ਬੱਚੇ ਬੱਲਾ ਮਾਰਦੇ ਨੇ, ਪਰ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਹੈਗਾ ਕਿ ਜਿਹੜੇ ਪੈਰਾ ਓਲੰਪਿਕ ਹੁੰਦੀ ਹੈ, ਇੱਕ ਇਹ ਮੇਨ ਓਲੰਪਿਕ ਹੁੰਦੀ ਹੈ, ਪੈਰਾ ਓਲੰਪਿਕ ਜਿਹੜੇ ਥੋੜ੍ਹੇ ਜਿਹੇ ਬੰਦ ਬੁੱਧੀ ਹੈਗੇ ਨੇ, ਜਿਹਨਾਂ ਨੂੰ ਕੋਈ ਨੁਕਸ ਹੈਗਾ, ਜਿਹੜੇ ਸੋ-ਕਾਲ ਜਿਹਨੂੰ ਆਪਾਂ ਅਪਾਹਿਜ ਕਹਿੰਦੇ ਹੈਗੇ ਆ, ਉਹਨਾਂ ਦੀਆਂ ਓਲੰਪਿਕਸ ਹੁੰਦੀਆਂ ਨੇ, ਵੱਖਰੀਆਂ ਖੇਡਾਂ ਹੁੰਦੀਆਂ ਨੇ। ਮੈਂ ਕਹਿੰਦਾ ਜੇ ਕੋਈ ਬੰਦਾ ਵੀਲ ਚੇਅਰ ਤੇ ਹੀ ਹੈਗਾ, ਵੀਲ ਚੇਅਰ ਤੇ ਉਹਦੇ ਰੇਸ ਹੁੰਦੀ ਹੈ, 10 ਬੱਚੇ ਵੀਲ ਚੇਅਰ ਤੇ ਉਹਦੇ ਰੇਸ ਲਾਉਂਦੇ ਆ। ਵੀ ਗੱਲ ਤਾਂ ਅਲਟੀਮੇਟਲੀ ਉਹਨੂੰ ਥੋੜ੍ਹਾ ਜਿਹਾ ਕੋਈ ਮਾਨ ਸਨਮਾਨ ਮਿਲਦਾ, ਫਸਟ ਸੈਕਿੰਡ ਆਉਂਦਾ, ਕੋਈ ਮੈਡਲ ਮਿਲਦਾ ਹੈਗਾ, ਉਹਦੀ ਜਿਹੜੀ ਖੁਸ਼ੀ ਹੈ ਨਾ, ਫਿਰ ਉਹਨੂੰ ਇਹ ਨਹੀਂ ਲੱਗਦਾ ਕਿ ਵੀ ਮੇਰੇ 'ਚ ਕੋਈ ਨਾ ਕੋਈ ਵੱਖਰੀ ਐਬਿਲਿਟੀ ਹੈਗੀ ਹੈ, ਮੇਰੇ 'ਚ ਕੋਈ ਸਮਰੱਥਾ ਹੈਗੀ ਹੈ, ਮੈਂ ਕੁਛ ਕਰ ਸਕਦਾ। ਇਹ ਭਾਵ ਪੈਦਾ ਕਰਨ ਦੀ ਜਿਹੜੀ ਹੈਗੀ ਨਾ, ਇਹ ਸਾਰੇ ਲੋਕੀ ਨਹੀਂ ਕਰਦੇ, ਸਾਰੀਆਂ ਸੰਸਥਾਵਾਂ ਨਹੀਂ ਕਰਦਾ, ਪਰਿਵਾਰ ਵੀ ਨਹੀਂ ਕਰਦੇ। ਮੈਂ ਤਾਂ ਕਹਿੰਦਾ ਪਰਿਵਾਰ ਦੇ 'ਚ ਜੇ ਮੰਨ ਲਓ ਬਿਲਕੁਲ ਕਈ ਵਾਰ ਡਾਕਟਰ ਸਾਹਿਬ ਕਈ ਚੰਗੇ ਭਲੇ ਬੱਚੇ ਜਿਹੜੇ ਉਹ ਰਹਿ ਜਾਂਦੇ ਇਸੇ ਗੱਲ ਤੋਂ ਕਿ ਕਈ ਵਾਰ ਉਹਨਾਂ ਦੀ ਹੌਸਲਾ ਅਫਜ਼ਾਈ ਨਹੀਂ ਇਸ ਤਰ੍ਹਾਂ ਦੀ ਹੁੰਦੀ, ਜਾਂ ਇਹਨਾਂ ਨੂੰ ਸਿੱਖਿਆ ਜਾਂ ਇਹਨਾਂ ਨੂੰ ਅੱਗੇ ਵਧਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ। ਬਿਲਕੁਲ, ਮੈਂ ਕਿਹਾ ਆਪਣੇ ਜਿਹੜੇ ਸਕੇ ਮਾਂ ਪਿਓ ਹੈ ਨਾ, ਉਹ ਵੀ ਕਈ ਵਾਰੀ ਪੂਰਾ ਧਿਆਨ ਮਤਲਬ ਕਿ ਨਹੀਂ ਦਿੰਦੇ। ਤਾਂ ਉੱਥੇ ਇੱਕ ਸਕੂਲ ਹੈਗਾ, ਉੱਥੇ ਇੱਕ ਕੰਪਲੈਕਸ ਡੈਫ ਐਂਡ ਡੰਬ ਸਕੂਲ ਹੈਗੇ ਨੇ, ਜਿਹੜੀ ਕਿ ਉਹ ਜਿਵੇਂ ਆਪਣੇ ਆਪ ਦੇ ਵਿੱਚ ਇੱਕ ਵੱਖਰੇ ਜਿਹੜੇ ਬੱਚੇ ਆ, ਹਾਂ ਉਹਨਾਂ ਦੇ ਇਹਦੀ ਮੈਂ ਕਹਿੰਦਾ ਉਹੀ ਗੱਲ ਹੈ, ਗੂੰਗੇ ਬੋਲਿਆਂ ਦੀ ਤੁਸੀਂ ਇੱਕ ਇਮਾਰਤ ਬਣਾ ਕੇ ਤੇ ਉਹਨਾਂ 'ਚ ਰੱਖ ਦਿਓ ਇਕੱਠੇ ਕਰਕੇ ਬੱਚੇ। ਪਰ ਉੱਥੇ ਸਾਰਿਆਂ ਨਾਲੋਂ ਵੱਡੀ ਗੱਲ ਹੈਗੀ, ਉੱਥੇ ਇੱਕ ਨਾ ਇਹਨਾਂ ਨੂੰ ਸਾਈਨ ਲੈਂਗੁਏਜ ਜਿਹੜੀ ਹੈਗੀ ਉਹ ਸਿਖਾਈ ਜਾਂਦੀ ਹੈਗੀ ਹੈ। ਉੱਥੇ ਵੀ ਇਸ ਤਰ੍ਹਾਂ ਐਕਸਪਰਟ ਹੈਗੇ ਆ, ਉਹ ਸਿਖਾਉਂਦੇ ਆ ਵੀ ਕਿਵੇਂ ਗੱਲਾਂ ਕਰਨੀਆਂ ਨੇ, ਇਸ਼ਾਰੇ ਨਾਲ ਗੱਲਾਂ ਕਰਨੀਆਂ ਸਿਖਾਈ ਜਾਂਦੀਆਂ ਨੇ। ਉਹ ਪੂਰੀ ਟ੍ਰੇਨਿੰਗ ਮਤਲਬ ਕੀ ਹੈਗੀ ਹੈ, ਤੁਸੀਂ ਕਦੇ ਉੱਥੇ ਜਾ ਕੇ ਦੇਖੋ, ਉਹ ਸਾਰੇ ਬੱਚੇ ਆਪਸ ਵਿੱਚ ਇਸ ਤਰ੍ਹਾਂ ਗੱਲਾਂ ਕਰਦੇ ਤੁਹਾਨੂੰ ਨਜ਼ਰ ਆਉਣਗੇ ਜਿਵੇਂ ਉਹ ਆਪਸ ਵਿੱਚ ਇੱਕ ਦੂਜੇ ਨਾਲ ਬੋਲ ਰਹੇ ਹੋ। ਠੀਕ ਹੈ, ਤੁਹਾਨੂੰ ਸਮਝ ਨਹੀਂ ਆਏਗੀ, ਪਰ ਬੋਲਣਾ ਆਪਣੇ ਆਪ ਦੇ ਵਿੱਚ ਇੱਕ ਬੰਦੇ ਦੇ ਹਰੇਕ ਬੰਦੇ ਨੂੰ ਕੁੱਟਣ ਹੁੰਦੀ ਹੈ, ਜੇ ਆਪਾਂ 2 ਦਿਨ ਵੀ ਆਪਾਂ ਨੂੰ ਚੁੱਪ ਰਹਿਣਾ ਪੈ ਜੇ, 2 ਘੰਟੇ ਵੀ ਚੁੱਪ ਰਹਿਣਾ ਪੈ ਜੇ। ਉਸ ਤੋਂ ਵੱਡੀ ਗੱਲ ਹੋ ਰਹੀ ਹੈ, ਜਿਨ੍ਹਾਂ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਬੱਚੇ ਹੈਗੇ ਨੇ, ਉਹਨਾਂ ਦੇ ਮਾਪਿਆਂ ਨੂੰ ਵੀ ਮੌਕਾ ਦਿੱਤਾ ਜਾਂਦਾ ਕਿ ਤੁਸੀਂ ਆ ਕੇ ਸਿੱਖੋ ਤੇ ਬੱਚਿਆਂ ਨਾਲ ਗੱਲ ਕਰੋ, ਤਾਂ ਕਿ ਬੱਚਾ ਜੇ ਘਰ 'ਚ ਰਹੂਗਾ ਤੇ ਬੱਚਾ ਸਾਰਾ ਦਿਨ ਮਤਲਬ ਕਿ ਇੱਕ ਪਾਸੇ ਪਿਆ ਰਹੂਗਾ। ਜੇ ਤੁਸੀਂ ਗੱਲ ਕਰੋਗੇ, ਉਹ ਤੁਹਾਡੇ ਨਾਲ ਗੱਲ ਕਰੂਗਾ, ਤਾਂ ਉਹ ਫਿਰ ਤੁਸੀਂ ਦੇਖਦਾ ਉਹਦਾ ਕਿਵੇਂ ਅੱਗੇ ਵੱਧਦਾ ਹੈਗਾ। ਤਾਂ ਇਸ ਤਰੀਕੇ ਨਾਲ ਮਕਸਦ ਇਹ ਹੈਗਾ ਕਿ ਹਰੇਕ ਜਿਹੜਾ ਬੱਚਾ ਹੈਗਾ, ਹਰੇਕ ਜਿਹੜਾ ਸ਼ਖਸ ਹੈਗਾ, ਕੋਈ ਵੀ ਮਤਲਬ ਜਿਸ ਵੀ ਉਮਰ ਦਾ ਹੈਗਾ, ਉਹਨੂੰ ਮਤਲਬ ਇੱਕ ਵਧੀਆ ਜ਼ਿੰਦਗੀ ਜੀਣ ਦਾ ਮੌਕਾ ਦੇਣ ਦਾ ਨਾਮ ਹੈਗਾ ਮਤਲਬ ਕਿ ਪਿੰਗਲਵਾੜਾ। ਜੀ ਡਾਕਟਰ ਸਾਹਿਬ, ਨਾਲ ਦੀ ਨਾਲ ਜਿੱਥੇ ਬੱਚਿਆਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਆ, ਉੱਥੇ ਹੀ ਅੱਜ ਦੇ ਯੁੱਗ ਦੇ ਵਿੱਚ ਜਿੱਥੇ ਰੇਹਾਂ ਸਪਰੇਆਂ ਕਰਕੇ ਖੇਤੀ ਜਿਹੜੀ ਆ ਉਹ ਕੀਤੀ ਜਾ ਰਹੀ ਆ, ਪਰ ਪਿੰਗਲਵਾੜੇ ਦੇ ਵੱਲੋਂ ਕੁਦਰਤੀ ਖੇਤੀ ਦੇ ਵਿੱਚ ਵੀ ਜਿਹੜਾ ਆ
ਉਹ ਯੋਗਦਾਨ ਪਾਇਆ ਜਾ ਰਿਹਾ ਵਾ, ਉੱਥੇ ਅੱਛੇ ਤਰੀਕੇ ਦੇ ਨਾਲ ਜਿਹੜੀ ਆ ਉਹ ਸਬਜ਼ੀਆਂ ਫਲ ਜਿਹੜੇ ਆ ਉਹ ਉਗਾਏ ਜਾ ਰਹੇ ਆ। ਉਹ ਸਬਜ਼ੀਆਂ ਫਲ ਉਗਾ ਕੇ ਫਿਰ ਇੱਥੇ ਬੱਚਿਆਂ ਵਾਸਤੇ ਹੀ ਲਿਆਂਦੇ ਜਾਂਦੇ ਆ ਫਿਰ? ਨਹੀਂ, ਪਹਿਲੀ ਗੱਲ ਤਾਂ ਇਹਦੇ 'ਚ ਇਹ ਹੈਗੀ ਹੈ, ਇਹ ਸਮਝਣਾ ਚਾਹੀਦਾ ਹੈਗਾ ਕਿ ਇਹ ਖਿਆਲ ਕਿਵੇਂ ਆਇਆ ਕੁਦਰਤੀ ਖੇਤੀ ਦਾ। ਠੀਕ ਹੈ ਕਿ ਮਤਲਬ ਕਿ ਉੱਥੇ ਜਿਵੇਂ ਲੋਕੀ ਸਵੇਰੇ ਆ ਕੇ ਦਾਨ ਕਰਦੇ ਹੈਗੇ ਨੇ, ਖਾਣ ਪੀਣ ਦੇ ਵਾਸਤੇ ਸਮਾਨ ਲੋਕੀ ਦਿੰਦੇ ਨੇ ਜੀ। ਕਈ ਵਾਰੀ ਕੋਈ ਨਗਦ ਪੈਸੇ ਦਿੰਦੇ ਨੇ, ਕਈ ਵਾਰੀ ਇਹ ਵੀ ਕਹਿੰਦੇ ਅਸੀਂ ਇਹ ਕਿੰਨੇ ਬੱਚੇ ਇੱਥੇ ਰਹਿੰਦੇ ਨੇ, ਕਿੰਨੇ ਸ਼ਖਸ ਹੈਗੇ, ਉਹਨਾਂ ਦਾ ਇੱਕ ਦਿਨ ਦਾ ਅਸੀਂ ਖਾਣਾ ਦੇਣਾ ਚਾਹੁੰਦੇ ਹਾਂ, ਤਾਂ ਉਹਨੂੰ ਕਹਿੰਦੇ ਕਿ ਫਲਾਣੀ ਦੁਕਾਨ ਤੋਂ, ਅੰਮ੍ਰਿਤਸਰ ਦੀ ਸ਼ਹਿਰ ਤੋਂ ਆਪਣੀ ਦੁਕਾਨ ਹੈ ਉੱਥੋਂ ਲਿਆ। ਇਹਦਾ ਮਕਸਦ ਇਹ ਸੀਗਾ ਕਿ ਜੇ ਮੈਂ ਦੱਸਿਆ ਕਿ ਬੀਬੀ ਜੀ ਦਾ ਜਿਹੜਾ ਡਾਕਟਰੀ ਦਿਮਾਗ ਸੀਗਾ, ਵਿਗਿਆਨਕ ਦਿਮਾਗ ਸੀਗਾ, ਇਹ ਖਬਰਾਂ ਆ ਰਹੀਆਂ ਸੀਗੀਆਂ ਵੀ ਜਿਹੜੀਆਂ ਸਪਰੇਆਂ ਜਿਹੜੀਆਂ ਨੇ, ਦਵਾਈਆਂ ਨੇ, ਤੇ ਜਿਹੜੀਆਂ ਮਤਲਬ ਕਿ ਆਪਾਂ ਵਰਤੀਆਂ ਜਾ ਰਹੀਆਂ ਨੇ, ਇਹਨਾਂ ਦੀ ਵਰਤੋਂ ਦੇ ਨਾਲ ਜਿਹੜਾ ਮਾਂ ਦੀ ਕੁੱਖ ਦੇ ਜਿਹੜਾ ਬੱਚਾ ਪੈਦਾ ਹੋ ਰਿਹਾ ਹੈਗਾ ਉਹ ਨਾਰਮਲ ਨਹੀਂ ਪੈਦਾ ਹੋਊਗਾ, ਉਹ ਮੈਂਟਲੀ ਰਿਟਾਰਡਡ ਹੋਊਗਾ, ਜਾਂ ਹੋਰ ਮਤਲਬ ਉਹਨੂੰ ਕੋਈ ਨਾ ਕੋਈ, ਜਾਂ ਪੂਰੇ ਅੰਗਾਂ ਨਾਲ ਨਹੀਂ ਹੋਊਗਾ, ਕਿਸੇ ਦਾ ਇੱਕ ਹੱਥ ਨਹੀਂ ਹੋਊਗਾ, ਕਿਸੇ ਦਾ ਇੱਕ ਪੈਰ ਨਹੀਂ ਹੋਊਗਾ। ਇਸ ਤਰ੍ਹਾਂ ਦੇ ਆ ਰਹੇ ਸੀਗੇ, ਮਤਲਬ ਕਿ ਖੋਜਾਂ ਆ ਰਹੀਆਂ ਸੀਗੀਆਂ। ਤਾਂ ਉਹਨਾਂ ਨੂੰ ਦੇਖ ਕੇ ਪਹਿਲਾਂ ਉਹਨਾਂ ਦਾ ਸਰਵੇ ਕੀਤਾ ਗਿਆ, ਇੱਥੇ ਸੈਮੀਨਾਰ ਕਰਾਏ ਗਏ, ਤੇ ਇੱਕ ਕਿਤਾਬ ਵੀ ਛਾਪੀ, ਮਤਲਬ ਕਿ ਬੀਬੀ ਜੀ ਨੇ ਜੈਪੁਰ ਤੋਂ ਇੱਕ ਬੰਦਾ ਆਉਂਦਾ ਹੁੰਦਾ ਸੀਗਾ, ਡਾਕਟਰ ਡਾਬਰਾ, ਉਹਨਾਂ ਨੇ ਮਤਲਬ ਕਿ ਉਸ 'ਤੇ ਕਿਤਾਬ ਵੀ ਲਿਖੀ ਤੇ ਇਹਦਾ ਕੀਤਾ। ਫਿਰ ਇਹ ਖਿਆਲ 'ਚ ਆਇਆ ਵੀ ਜੇ ਇਹਦਾ ਹੱਲ ਕੀ ਹੈਗਾ, ਵੀ ਆਪਾਂ ਮਤਲਬ ਕਿ ਇਹ ਸੋਚੀਏ ਵੀ ਹੁਣ ਕਿਰਿਆ ਸਪਰੇਆਂ ਵਾਲੀ ਹੈਗੀ ਹੈ, ਵੀ ਉਹਨਾਂ ਨੇ ਫਿਰ ਆਪਣੀ ਖੇਤੀ ਜਿਹੜੀ ਹੈ ਉਹਦਾ ਮਾਡਲ, ਉਹਦੇ ਵਾਸਤੇ ਵੀ ਆਪਣੇ ਇੱਥੋਂ ਦੇ ਹੀ ਖਾਲਸਾ ਕਾਲਜ ਤੋਂ ਰਿਟਾਇਰਡ ਪ੍ਰੋਫੈਸਰ ਜਿਹੜੇ ਹੈਗੇ ਨੇ, ਜਿਹੜੇ ਐਗਰੀਕਲਚਰ ਡਿਪਾਰਟਮੈਂਟ ਦੇ ਸੀਗੇ, ਉਹ ਇੱਥੇ ਮਤਲਬ ਕਿ ਰਾਜਵੀਰ ਉਹਨਾਂ ਦਾ ਨਾਮ ਹੈਗਾ, ਉਹ ਉਹਨਾਂ ਨੇ ਡਿਵੈਲਪ ਕੀਤੀ। ਤਾਂ ਹੌਲੀ ਹੌਲੀ ਉਹਨਾਂ ਨੇ ਜ਼ਮੀਨ ਐਕਵਾਇਰ ਕਰਕੇ ਤੇ ਉਹਦਾ, ਤੇ ਹੁਣ ਇਸ ਤਰ੍ਹਾਂ ਦੀ ਇੰਨਾ ਵੱਡਾ ਮਾਡਲ ਹੈਗਾ, ਪੰਜਾਬ ਦੇ ਕਿਸਾਨ ਨੇ ਉੱਥੇ ਆ ਕੇ ਦੇਖਦੇ ਨੇ। ਜੇ ਆਪਾਂ ਕਹਿੰਦੇ ਕਿ ਆਰਗੈਨਿਕ ਖੇਤੀ ਕਰਾਂਗੇ ਤਾਂ ਉਹਦੀ ਝਾੜ ਘੱਟ ਹੋਊਗਾ, ਸਾਡੀ ਮਤਲਬ ਕਿ ਲਾਗਤ ਪੂਰੀ ਨਹੀਂ ਹੋਊਗੀ। ਇਹ ਜ਼ੀਰੋ ਬਜਟ ਖੇਤੀ ਹੈਗੀ ਹੈ, ਸਾਨੂੰ ਕੋਈ ਰੇਹਾਂ ਸਪਰੇਆਂ ਦੇ ਉੱਤੇ ਪੈਸੇ ਨਹੀਂ ਖਰਚ ਕਰਨੇ ਪੈਂਦੇ। ਵੀ ਕਿਵੇਂ ਮਤਲਬ ਕਿ ਇੱਕ ਗਊਸ਼ਾਲਾ ਹੈਗੀ ਹੈ, ਉਹਦਾ ਦੁੱਧ ਮਤਲਬ ਇਸਤੇਮਾਲ ਹੁੰਦਾ ਹੈ, ਉਹਦਾ ਜਿਹੜਾ ਗੋਬਰ ਹੈਗਾ, ਉਹਦਾ ਮੂਤਰ ਹੈਗਾ, ਉਹਨੂੰ ਉਹ ਖਾਦ ਬਣਾ ਕੇ ਮਤਲਬ ਕਿ ਉਹਨਾਂ ਨੂੰ ਪਾਇਆ ਜਾਂਦਾ ਹੈਗਾ। ਤਾਂ ਇਸ ਤਰੀਕੇ ਦੇ ਨਾਲ ਉਸੇ ਦੀ ਜਿਹੜਾ ਸਪਰੇਅ ਕੀਤਾ ਜਾਂਦਾ ਹੈਗਾ, ਜਿਹੜਾ ਮੂਤਰ ਤੋਂ ਮਤਲਬ ਕਿ ਲੈ ਕੇ ਤੇ ਉਹਦੇ 'ਚ ਹੋਰ ਕੁਝ ਮਿਲਾ ਕੇ ਤੇ ਉਹਦਾ ਸਪਰੇਅ ਕੀਤਾ ਜਾਂਦਾ, ਉਹਦਾ ਕੀੜੇ ਮਤਲਬ ਕਿ ਜਿਹੜੇ ਨੇ ਉਹ ਬਚਦੇ ਹੈਗੇ। ਕਹਿਣ ਦਾ ਮਤਲਬ ਉਹ ਜ਼ੀਰੋ ਬਜਟ ਖੇਤੀ ਦਾ ਇੱਕ ਮਾਡਲ ਤਿਆਰ ਕੀਤਾ ਹੈਗਾ। ਕਹਿਣ ਦਾ ਮਤਲਬ ਕਿ ਜਿਹੜੇ ਬੱਚਿਆਂ ਵਾਸਤੇ ਜੋ ਖਾਣਾ ਉੱਥੇ ਜੋ ਉਗਦਾ ਹੈਗਾ, ਉਹ ਸਾਰਾ ਉਹ ਉੱਥੇ ਇਸਤੇਮਾਲ ਹੁੰਦਾ ਹੈਗਾ। ਕਿਉਂਕਿ ਇਸ ਵਕਤ ਅੱਜ ਦੀ ਤਰੀਕ ਦੇ ਵਿੱਚ ਉੱਥੇ 1700 ਮਤਲਬ ਕਿ ਨੇ ਮਰੀਜ਼ ਕਹਿ ਲਓ, ਉਹਨਾਂ ਨੂੰ ਮਤਲਬ ਕਿ ਸ਼ਖਸ ਕਹਿ ਲਓ, ਜੋ ਵੀ ਹੈ ਪਿੰਗਲੇ ਕਹਿ ਲਓ, ਉਹਨਾਂ ਨੂੰ ਜੋ ਮਰਜ਼ੀ ਤੁਸੀਂ 1700 ਉੱਥੇ ਮਤਲਬ ਕਿ ਹਸਤੀਆਂ, ਸ਼ਖਸੀਅਤਾਂ ਉਸ ਵਕਤ ਪਿੰਗਲਵਾੜੇ 'ਚ ਹੈਗੀਆਂ ਨੇ। ਤੇ ਬਾਕੀ ਜੋ ਇੰਪਲਾਈ ਵਗੈਰਾ ਮਿਲਾਪ ਲੋ ਕਿ ਆਪਾਂ ਸਾਰੇ ਕਰੀਏ, ਤਾਂ ਉਹ ਸਾਰਿਆਂ ਦੇ ਉੱਥੇ ਖਾਣ ਦੇ ਵਾਸਤੇ ਹੀ ਇਸਤੇਮਾਲ ਹੁੰਦਾ ਹੈਗਾ। ਜੀ ਡਾਕਟਰ ਸਾਹਿਬ, ਸਮਾਂ ਆਪਣੇ ਕੋਲ ਘੱਟ ਹੈ, ਲਾਸਟ ਦੇ ਉੱਤੇ ਮੈਂ ਇਹ ਪੁੱਛਣਾ ਚਾਹੂੰਗਾ ਕਿ ਭਗਤ ਪੂਰਨ ਸਿੰਘ, ਜਿਵੇਂ ਤੁਸੀਂ ਸ਼ੁਰੂਆਤ 'ਤੇ ਜ਼ਿਕਰ ਕੀਤਾ ਕਿ ਬੜੇ ਪੰਫਲੇਟਸ ਜਿਹੜੇ ਆ ਉਹ ਵੰਡਦੇ ਹੁੰਦੇ ਸੀਗੇ, ਬੜਾ ਜਾਗਰੂਕ ਕਰਦੇ ਹੁੰਦੇ ਸੀਗੇ ਕਿ ਜੇ ਤੁਸੀਂ ਨਾ ਸੁਧਰੇ ਤਾਂ ਪਾਣੀ ਜਿਹੜਾ ਆ ਉਹ ਵੀ ਖਤਮ ਹੋ ਜਾਏਗਾ। ਹੋਰ ਵੀ ਪੋਲਿਊਸ਼ਨ ਨੂੰ ਲੈ ਕੇ, ਦਰਖਤ ਜਿਹੜੇ ਆ ਉਹ ਲਾਉਣ ਨੂੰ ਲੈ ਕੇ, ਇੱਕ ਪ੍ਰਿੰਟਿੰਗ ਪ੍ਰੈਸ ਜਿਹੜੀ ਉੱਥੇ ਪੂਰਨ ਪ੍ਰਿੰਟਿੰਗ ਪ੍ਰੈਸ ਆ, ਉਹਦਾ ਕੀ ਮਕਸਦ ਹੈ? ਉਹ ਅੱਜ ਵੀ ਉਸੇ ਤਰ੍ਹਾਂ ਹੀ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਹੀ ਅਵੇਅਰ ਜਿਹੜੀ ਆ ਉਹ ਕਰ ਰਹੀ ਹੈ ਲੋਕਾਂ ਨੂੰ। ਹੁਣ ਦੱਸੋ, ਮੈਂ ਸ਼ੁਰੂਆਤ 'ਤੇ ਗੱਲ ਕੀਤੀ ਕਿ ਜਿਹੜੀ ਮੈਂ ਭਗਤ ਪੂਰਨ ਸਿੰਘ ਦਾ ਦਰਸ਼ਨ ਕੀਤੇ ਤਾਂ ਉਹ ਪੈਂਪਲੇਟ ਸੀ। ਤੁਸੀਂ ਉਹਨਾਂ ਦੀ ਉਸ ਸੋਚ ਦਾ ਅੰਦਾਜ਼ਾ ਉੱਥੋਂ ਲਗਾਓ ਕਿ ਉਹ ਜਿਹੜੇ ਪੈਂਪਲੇਟ ਉੱਥੇ ਪਏ ਹੁੰਦੇ ਸੀਗੇ, ਮੈਂ ਉੱਥੋਂ ਚੁੱਕੇ ਹੈਗੇ, ਮੈਂ ਲਏ ਹੈਗੇ ਨੇ, ਉਹ ਆਪ ਮਤਲਬ ਕਿ ਸ਼ਹਿਰ ਦੇ ਵਿੱਚ ਜਿਹੜੇ ਬੈਂਕਾਂ ਬੁੰਕਾਂ ਵਿੱਚ, ਦਫ਼ਤਰਾਂ ਵਿੱਚ ਜਾ ਕੇ ਕਾਗਜ਼ ਇਕੱਠੇ ਕਰਦੇ ਗਏ ਸੀ, ਜਿਹਨਾਂ ਦਾ ਅਸੀਂ ਇੱਕ ਸਾਈਡ 'ਤੇ ਉੱਤੇ ਜੇ ਕੁਝ ਛਪਿਆ ਹੁੰਦਾ ਸੀਗਾ ਜਾਂ ਪ੍ਰਿੰਟ ਕੱਢਿਆ ਹੁੰਦਾ ਸੀਗਾ। ਆਮ ਤੌਰ 'ਤੇ ਦਫ਼ਤਰਾਂ ਦੇ ਵਿੱਚ ਕੋਈ ਚਿੱਠੀ, ਕੋਈ ਹੋਰ ਆਰਡਰ ਕੱਢਦੇ ਹੁੰਦੇ ਨੇ, ਇੱਕ ਸਾਈਡ ਖਾਲੀ ਹੁੰਦੀ ਹੈ, ਉਹ ਖਾਲੀ ਸਾਈਡ ਜਿਹੜੀ ਸੀਗੀ ਇਸਤੇਮਾਲ ਕਰਦੇ ਸੀਗੇ, ਉਹਦੇ 'ਤੇ ਉਹਨਾਂ ਨੇ ਪ੍ਰਿੰਟ ਕਰਵਾਉਣਾ। ਫਿਰ ਖਾਸ ਤੌਰ 'ਤੇ ਜੇ ਮਤਲਬ ਕਿ ਆਪਾਂ ਕਹਿੰਦੇ ਵੀ ਜੇ ਛਪਿਆ ਹੋਇਆ ਹਿੱਸਾ ਵੀ ਹੁੰਦਾ ਸੀ ਨਾ, ਜੇ ਉਹ ਲਾਈਟ ਚਾਹੀਦਾ ਹੁੰਦਾ ਸੀ ਤਾਂ ਉੱਥੇ ਗੂੜੀ ਸ਼ਾਹੀ ਦੇ ਨਾਲ ਮੋਟੇ ਅੱਖਰਾਂ ਦੇ ਨਾਲ, ਜਿਵੇਂ ਆਪਾਂ ਅੱਜ ਕੱਲ੍ਹ ਕਹਿੰਦੇ ਤੇ ਕੋਈ 36-42 ਪੁਆਇੰਟ ਦੇ ਅੱਖਰ ਨਾਲ ਮੋਟਾ 4 ਲਾਈਨਾਂ ਹੀ ਲਿਖ ਲੈਂਦੇ ਸੀ ਪੂਰੇ ਕਾਗਜ਼ ਦੇ ਉੱਤੇ। ਤਾਂ ਕਹਿੰਦਾ ਮਤਲਬ ਉਹਨਾਂ ਨੇ ਕਾਗਜ਼ ਵੀ ਜਿਹੜਾ ਸੀਗਾ ਕੋਈ ਬਰਬਾਦ ਨਹੀਂ ਕੀਤਾ। ਉਹਨਾਂ ਦੇ ਦਿਮਾਗ ਇਹ ਸੀਗਾ ਵੀ ਕਾਗਜ਼ ਬੰਦਾ ਕਿੱਥੋਂ ਹੈ? ਰਿਕਸ਼ਾ ਤੋਂ। ਰਿਕਸ਼ ਕੇ ਵਾਸਤੇ ਜ਼ਰੂਰੀ ਨੇ ਸਾਨੂੰ। ਤਾਂ ਉਹਨਾਂ ਨੇ ਮਤਲਬ ਕਿ ਆਪਣੇ ਦੁਨੀਆ ਦੇ ਵਿੱਚ ਜਿਹੜੀ ਵਾਤਾਵਰਨ ਨਾਲ ਸੰਬੰਧਿਤ ਸੰਸਥਾ ਹੈਗੀ ਹੈ, ਜਿਹੜੀ ਮਤਲਬ ਕਿ ਹਰ ਸਾਲ ਇੱਕ ਮਤਲਬ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਵਾਤਾਵਰਨ ਨੂੰ ਲੈ ਕੇ ਇੱਕ ਕਾਨਫਰੰਸ ਵੀ ਕਰਾਉਂਦੀ ਹੈਗੀ ਹੈ, ਸਾਰੇ ਦੁਨੀਆ ਦੇ ਲੋਕ ਇਕੱਠੇ ਵੀ ਹੁੰਦੇ ਹੈਗੇ ਨੇ। ਭਗਤ ਪੂਰਨ ਸਿੰਘ ਨੇ ਮਤਲਬ ਕਿ ਉਹ 100 ਸਾਲ ਤੋਂ ਪਹਿਲਾਂ ਉਹ ਗੱਲਾਂ ਕਹੀਆਂ ਸੀਗੀਆਂ, ਜਿਹੜੀ ਉਹ ਸੰਸਥਾ ਪਿਛਲੇ 50 ਸਾਲ ਤੋਂ ਕਰਨ ਲੱਗੀ ਹੈ। ਤੇ ਹਜੇ ਵੀ ਜਦੋਂ ਹਰ ਸਾਲ ਗੱਲਾਂ ਕਰਦੀ ਹੈ ਤੇ ਉਹਨਾਂ ਦੇ ਨਤੀਜੇ ਬਹੁਤ ਕੋਈ ਵਧੀਆ ਨਹੀਂ ਨਿਕਲਦੇ, ਕਿਉਂਕਿ ਭਗਤ ਪੂਰਨ ਸਿੰਘ ਨੇ ਸਾਨੂੰ ਉਦੋਂ ਹੀ ਅਗਾਹ ਕਰਤਾ ਸੀਗਾ ਵੀ ਇਹ ਜਿਹੜੀਆਂ ਗੱਲਾਂ ਤੋਂ ਵੀ ਪਾਣੀ ਦੀ ਗੱਲ ਹੈਗੀ ਹੈ, এনवायरमेंट ਦੀ ਗੱਲ ਹੈਗੀ ਹੈ, ਹਵਾ ਦੀ ਗੱਲ ਹੈਗੀ ਹੈ, ਗਲੋਬਲ ਵਾਰਮਿੰਗ ਦੀ ਗੱਲ ਹੈਗੀ ਹੈ, ਤੇ ਸਾਡੇ ਗਲੇਸ਼ੀਅਰ ਪਿਘਲ ਰਹੇ ਨੇ, ਇਹਨਾਂ ਦੀ ਗੱਲ ਹੈਗੀ ਹੈ। ਇਹ ਸਾਰੀਆਂ ਗੱਲਾਂ ਉਹਨਾਂ ਦੀ ਲਿਖਤਾਂ ਵਿੱਚ ਹੈਗੀਆਂ ਨੇ। ਇਹ ਨਹੀਂ ਉਹ ਕਿਤਾਬ
ਭਗਤ ਪੂਰਨ ਸਿੰਘ ਦੀ ਛਾਪੀ ਹੈਗੀ, ਉਹ ਪ੍ਰਿੰਟਿੰਗ ਪ੍ਰੈਸ ਜਿਹੜੀ ਸੀਗੀ ਉਹ ਲਗਾਤਾਰ ਮਤਲਬ ਉਦੋਂ ਦੀ ਚੱਲੀ ਹੋਈ ਹੈ। ਉਦੋਂ ਹੱਥ ਨਾਲ ਚੱਲਣ ਵਾਲੀ ਮਸ਼ੀਨ ਸੀਗੀ, ਅੱਜ ਕੱਲ੍ਹ ਕੰਪਿਊਟਰ 'ਤੇ ਹੈਗੀ ਹੈ, ਤਾਂ ਉਸ ਨੂੰ ਖਤਮ ਨਹੀਂ ਕੀਤਾ ਗਿਆ। ਮਤਲਬ ਕਿ ਇਸ ਵਕਤ ਪਿੰਗਲਵਾੜੇ ਨੇ 500 ਤੋਂ ਵੱਧ ਕਿਤਾਬਾਂ ਟਾਈਟਲ, ਹਰੇਕ ਕਿਤਾਬ ਘੱਟੋ ਘੱਟ, ਜੇ ਮੈਂ ਕਿਹਾ ਮੇਰੀ ਕਿਤਾਬ ਉਦੋਂ 10,000 ਛਪੀ ਸੀ, ਹੁਣ ਤੱਕ 40,000 ਛਪ ਚੁੱਕੀ ਹੈ। ਹੋਰ ਜਿਹੜੀਆਂ ਵੀ ਕਿਤਾਬਾਂ ਛਪਦੀਆਂ ਨੇ ਘੱਟੋ ਘੱਟ 5,000 ਹੁੰਦੀਆਂ ਨੇ। ਅਤੇ ਇਸ ਤੋਂ ਇਲਾਵਾ ਜਦੋਂ ਵੀ ਉਹ ਕਿਤਾਬ ਵਧੀਆ ਹੋਵੇ, ਚੰਗੀ ਹੋਵੇ ਅਤੇ ਲੋਕੀ ਪੜ੍ਹ ਰਹੇ ਹੋਣ ਤਾਂ ਉਹ ਵਾਰੀ ਵਾਰੀ ਛਪਦੀ ਰਹਿੰਦੀ ਹੈਗੀ ਹੈ। 500 ਟਾਈਟਲ ਛਪੇ ਗਏ ਨੇ, ਪਰ ਹਰੇਕ ਕਿਤਾਬ 5,000 10,000 ਕਈ ਕਿਤਾਬਾਂ ਲੱਖ ਰੁਪਏ ਦੇ ਵਿੱਚ ਛਪੀਆਂ ਨੇ ਜੀ। ਬਿਲਕੁਲ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਵਿਸ਼ਵ ਪ੍ਰਸਿੱਧ ਸੰਸਥਾ ਪਿੰਗਲਵਾੜਾ ਦੇ ਸੰਬੰਧ ਦੇ ਵਿੱਚ ਸਮੁੱਚੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਨ ਦੇ ਲਈ, ਅਤੇ ਬਹੁਤ ਸਾਰੇ ਦਰਸ਼ਕ ਐਵੇਂ ਦੇ ਹੋਣਗੇ ਜਿਨ੍ਹਾਂ ਨੂੰ ਇੰਨਾ ਕੁਛ ਜਿਹੜਾ ਉਹ ਨਹੀਂ ਪਤਾ ਸੀਗਾ ਪਹਿਲਾਂ, ਅਤੇ ਅੱਜ ਦੀ ਇਸ ਇੰਟਰਵਿਊ ਤੋਂ ਕਾਫੀ ਕੁਛ ਜਿਹੜਾ ਆ ਉਹ ਪਤਾ ਲੱਗਿਆ ਹੋਏਗਾ। ਸੋ ਤੁਸੀਂ ਵੀ ਕਦੇ ਜਦੋਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਭੈਣ ਭਰਾ ਜਦੋਂ ਭਾਰਤ ਆਉਂਦੇ ਆ, ਪੰਜਾਬ ਆਉਂਦੇ ਆ, ਤਾਂ ਜ਼ਰੂਰ ਜਿਹੜਾ ਆ ਉਹ ਇੱਥੇ ਪਿੰਗਲਵਾੜਾ ਦੇ ਵਿੱਚ ਆ ਕੇ ਤੁਸੀਂ ਜਿਹੜਾ ਆ ਉਹ ਵਿਜ਼ਿਟ ਕਰੋ। ਇੱਥੇ ਦੇਖ ਸਕਦੇ ਹੋ, ਬੱਚਿਆਂ ਨੂੰ ਮਿਲ ਸਕਦੇ ਹੋ ਕਿਵੇਂ ਪ੍ਰਬੰਧ ਚੱਲ ਰਿਹਾ ਆ, ਅਤੇ ਇਸ ਦੇ ਨਾਲ ਨਾਲ ਜਿਹੜੀ ਮਦਦ ਆ ਉਹ ਵੀ ਜ਼ਰੂਰ ਜਿਹੜੀ ਆ ਜਾਏ, ਬੱਚਿਆਂ ਦੀ ਸਾਂਭ ਸੰਭਾਲ ਵਾਸਤੇ ਵੀ ਕਾਫੀ ਜਿਹੜਾ ਆ ਉਹ ਮਦਦ ਦੀ ਜ਼ਰੂਰਤ ਹੁੰਦੀ ਹੈ। ਸੋ ਉਹ ਵੀ ਜ਼ਰੂਰ ਕਰਿਆ ਕਰੋ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਸਤਿ ਸ਼੍ਰੀ ਅਕਾਲ।